ਸਤਿ ਸ਼੍ਰੀ ਅਕਾਲ ਜੀ। ਮੈਂ ਰੁਪਿੰਦਰ ਸੰਧੂ ਅਤੇ ਅੱਜ ਗੁਰਸੇਵਕ ਵੀਰ ਜੀ ਹੁਣਾਂ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਲਾਈਵ ਹੋਵਾਂ ਤੁਹਾਡੇ ਨਾਲ। ਅਤੇ ਮੈਂ ਕਦੇ ਵੀ ਇਸ ਤਰੀਕੇ ਨਾਲ ਮਤਲਬ ਅੱਜ ਤੱਕ ਗੱਲ ਨਹੀਂ ਕੀਤੀ, ਮਤਲਬ ਲਾਈਵ ਵੀਡੀਓਜ਼ ਤਾਂ ਆ ਕੇ ਕਦੇ ਵੀ ਨਹੀਂ ਕੀਤੀ। ਪਰ ਅੱਜ ਇਹ ਮੌਕਾ ਮਿਲਿਆ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੈਂ ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਠੀਕ, ਮਤਲਬ ਮੇਰਾ ਫੇਸ ਆ ਜਿਹੜਾ ਉਹ ਤੁਹਾਨੂੰ ਨਜ਼ਰ ਆ ਰਿਹਾ ਜਾਂ ਫਿਰ ਘਰ ਦੀ ਜਿਹੜੀ ਲੋਕੇਸ਼ਨ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਤੁਸੀਂ ਮੈਨੂੰ ਕਮੈਂਟ ਕਰਕੇ ਮਾੜਾ ਜਿਹਾ ਦੱਸ ਦਿਓ, ਕਿਉਂਕਿ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਤਾਂ ਈਵਨ ਕਦੀ ਅੱਜ ਤੱਕ ਕਦੀ ਕਿਸੇ ਨੂੰ ਵੀਡੀਓ ਕਾਲ ਵੀ ਨਹੀਂ ਕੀਤੀ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ। ਬਹੁਤ ਸਾਰੇ ਕਾਲਜਾਂ ਤੋਂ ਮੈਨੂੰ ਜਦੋਂ ਸੱਦੇ ਆਉਂਦੇ ਹੁੰਦੇ ਆ ਤਾਂ ਉੱਥੇ ਹਮੇਸ਼ਾ ਵਿਦਿਆਰਥੀਆਂ ਨਾਲ ਗੱਲ ਮਿਲਦਾ, ਕਿਉਂਕਿ ਉੱਥੇ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀ ਹੁੰਦੇ ਨੇ। ਪਰ ਪਹਿਲੀ ਵਾਰੀ ਉਹਨਾਂ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ ਜਿਹੜੇ ਬਿਲਕੁਲ ਮਤਲਬ ਆਪਣੀ ਉਮਰ ਦੇ ਹੁੰਦੇ, ਜਿਵੇਂ ਕਹਿ ਲਈਏ ਕਿ ਉਹਨਾਂ ਜ਼ਿੰਮੇਵਾਰੀਆਂ 'ਚ ਪਏ ਹੁੰਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਪਏ ਹੋਏ ਹਾਂ। ਤਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਵੇਂ ਕਰੋਨਾ ਵਾਇਰਸ ਚੱਲ ਰਿਹਾ ਤਾਂ ਆਪਾਂ ਸਾਰੇ ਘਰੇ ਆ, ਸਾਰੇ ਲੋਕ ਜਿਹੜੇ ਨੇ। ਸਤਿ ਸ਼੍ਰੀ ਅਕਾਲ ਜੀ। ਮੈਂ ਦੁਬਾਰਾ ਤੋਂ ਤੁਹਾਨੂੰ ਇਸ ਲਈ ਸਤਿ ਸ਼੍ਰੀ ਅਕਾਲ ਬੁਲਾ ਰਹੀ ਹਾਂ ਕਿਉਂਕਿ ਮੈਂ ਮਤਲਬ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰਾ ਘਰ ਹੀ ਦਿਸੀ ਜਾ ਰਿਹਾ। ਮੈਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਜਿਹੜੀ ਸ਼ਕਲ ਆ ਉਹ ਦਿਸ ਰਹੀ ਹੈ। ਅਤੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਮੈਨੂੰ ਖੁਸ਼ੀ ਬਹੁਤ ਹੈ ਕਿ ਮੈਨੂੰ ਤੁਹਾਡੇ ਸਾਰਿਆਂ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ। ਅੱਜ ਆਪਾਂ ਸਾਰਿਆਂ ਨੂੰ ਪਤਾ ਕਿ ਕਰੋਨਾ ਵਾਇਰਸ ਕਰਕੇ ਆਪਾਂ ਸਾਰੇ ਘਰਾਂ 'ਚ ਬੈਠੇ ਹਾਂ। ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ। ਕਿਸੇ ਨੂੰ ਕੋਈ ਮੈਡੀਕਲੀ ਪ੍ਰੋਬਲਮ ਆ, ਇਕਨੋਮਿਕਲੀ ਬਹੁਤ ਲੋਕ ਜਿਹੜੇ ਪ੍ਰੋਬਲਮ 'ਚ ਨੇ ਇਸ ਟਾਈਮ, ਕਿਉਂਕਿ ਬਹੁਤ ਸਾਰੇ ਜਿਹੜੇ ਆਪਣੇ ਦਿਹਾੜੀਦਾਰ ਵੀਰ ਨੇ ਉਹਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਪਰ ਚਲੋ ਇਹ ਇੱਕ ਔਖਾ ਸਮਾਂ ਹੈ। ਅਸੀਂ ਇੱਥੇ ਸਰਕਾਰਾਂ ਨੂੰ ਦੋਸ਼ ਨਹੀਂ ਦੇ ਸਕਦੇ। ਅਸੀਂ ਇੱਥੇ ਸਾਰਿਆਂ ਨੇ ਰਲ ਮਿਲ ਕੇ ਹੀ ਇਸ ਜਿਹੜੀ ਪ੍ਰੋਬਲਮ ਆ ਇਹਦੇ 'ਚੋਂ ਬਾਹਰ ਨਿਕਲਣਾ, ਅਤੇ ਉਹਦਾ ਇੱਕੋ ਇੱਕ ਰਸਤਾ ਹੈ ਕਿ ਆਪਾਂ ਸਾਰੇ ਘਰਾਂ 'ਚ ਰਹੀਏ। ਕਿਉਂਕਿ ਸਾਨੂੰ ਵੀ ਪਤਾ ਹੈ ਕਿ ਇੱਥੇ ਆ ਕੇ ਹੁਣ ਜਿੱਥੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਡੀ ਕੰਟਰੀ ਦੇ ਵਿੱਚ ਮੈਡੀਕਲ ਫੈਸਿਲਿਟੀਜ਼ ਉਨੀਆਂ ਵਧੀਆ ਨਹੀਂ ਹੈਗੀਆਂ। ਇਸ ਲਈ ਜਿਹੜੇ ਕੇਸ ਦਿਨੋਂ ਦਿਨ ਵੱਧ ਰਹੇ ਨੇ, ਇਹ ਤਾਂ ਉਹਨਾਂ ਦੇਸ਼ਾਂ ਦੇ ਵਿੱਚ ਵੀ ਬਹੁਤ ਵੱਡੀ ਸਮੱਸਿਆ ਬਣ ਗਈ ਜਿੱਥੇ ਜਿਹੜੀਆਂ ਸਿਹਤ ਸਹੂਲਤਾਂ ਨੇ ਸਾਡੇ ਨਾਲੋਂ ਕਈ ਗੁਣਾ ਵਧੀਆ ਨੇ। ਸੋ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਰਹੋ, ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ ਵਕਤ ਬਿਤਾਓ। ਸਿਆਣੇ ਕਹਿੰਦੇ ਹੁੰਦੇ ਨੇ ਕਿ ਜਦੋਂ ਤੁਸੀਂ ਜ਼ਿੰਦਗੀ ਦੇ ਕੋਈ ਤਜਰਬੇ ਹਾਸਲ ਕਰਨੇ ਨੇ ਤਾਂ ਤੁਸੀਂ ਬਜ਼ੁਰਗਾਂ ਕੋਲੇ ਬੈਠੋ, ਅਤੇ ਜਦੋਂ ਤੁਸੀਂ ਕੋਈ ਜ਼ਿੰਦਗੀ ਦਾ ਲੁਤਫ ਲੈਣਾ, ਜ਼ਿੰਦਗੀ ਦਾ ਆਨੰਦ ਮਾਣਨਾ, ਤਾਂ ਉਦੋਂ ਤੁਸੀਂ ਬੱਚਿਆਂ 'ਚ ਬੈਠੋ। ਉਹ ਮੌਕਾ ਇਸ ਟਾਈਮ ਸਾਨੂੰ ਕੁਦਰਤ ਨੇ ਦਿੱਤਾ ਹੈ, ਕਿਉਂਕਿ ਅਸੀਂ ਆਪਣੇ ਰੁਝੇਵਿਆਂ 'ਚ ਇੰਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਹਾਂ ਕਿ ਕਈ ਵਾਰੀ ਸਾਨੂੰ ਆਪਣੇ ਪਰਿਵਾਰ 'ਚ ਬੈਠਣ ਦਾ ਸਮਾਂ ਨਹੀਂ ਮਿਲਦਾ। ਸੋ ਇਸ ਸਮੇਂ ਨੂੰ ਵੱਧ ਤੋਂ ਵੱਧ ਇਸ ਤਰੀਕੇ ਨਾਲ ਵਰਤੋਂ 'ਚ ਲਿਆਓ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਉਹ ਬਹੁਤ ਸਾਰੇ ਪਲ ਨੇ ਜਿਹੜੇ ਜਿਨ੍ਹਾਂ ਨੂੰ ਅੱਜ ਤੱਕ ਅਣਗੌਲਿਆਂ ਕੀਤਾ ਸੀ, ਉਹ ਪਲ ਤੁਹਾਨੂੰ ਜੀਣ ਦਾ ਮੌਕਾ ਮਿਲ ਰਿਹਾ। ਅਤੇ ਅੱਜ ਮੇਰਾ ਜਿਹੜਾ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਹੈ ਉਹ ਕੁਛ ਹੋਰ ਤਰੀਕੇ ਦਾ ਹੈ। ਮੈਂ ਹਮੇਸ਼ਾ ਜਦੋਂ ਵੀ ਕਹਾਣੀਆਂ ਲਿਖਦੀ ਹਾਂ ਜਾਂ ਕੋਈ ਵੀ ਆਰਟੀਕਲ ਲਿਖਦੀ ਹਾਂ ਤਾਂ ਉਹਦੇ ਵਿੱਚ ਔਰਤਾਂ ਦਾ ਬਹੁਤ ਜ਼ਿਕਰ ਹੁੰਦਾ। ਲੋਕ ਮੈਨੂੰ ਕਹਿੰਦੇ ਨੇ ਕਿ ਮੇਰੇ ਵਿਸ਼ੇ ਨੇ ਜਿਹੜੇ ਜ਼ਿਆਦਾਤਰ ਔਰਤਾਂ 'ਤੇ ਹੁੰਦੇ ਆ। ਸੋ ਅੱਜ ਮੈਂ ਉਹਨਾਂ ਭੈਣਾਂ ਨਾਲ ਹੀ ਗੱਲ ਕਰਨੀ ਚਾਹੂੰਗੀ। ਬਹੁਤ ਸਾਰੇ ਪਰਿਵਾਰ ਨੇ ਜਿਹੜੇ ਇਸ ਸਮੇਂ ਉਹ ਇਸ ਕੰਡੀਸ਼ਨ 'ਤੇ ਹੁੰਦੇ ਨੇ ਕਿ ਉਹ ਬਿਖਰ ਰਹੇ ਨੇ। ਬਹੁਤ ਸਾਰੇ ਕੁੜੀਆਂ ਨੇ ਜਿਹੜੀਆਂ ਵਿਆਹ ਤੋਂ ਬਾਅਦ ਜਦੋਂ ਇੱਕ ਨਵੇਂ ਪਰਿਵਾਰ ਦੇ ਵਿੱਚ ਜਾਂਦੀਆਂ ਨੇ ਤਾਂ ਸਾਨੂੰ ਮਹੀਨੇ 2 ਮਹੀਨੇ ਬਾਅਦ ਹੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਉੱਥੇ ਜਿਹੜਾ ਮੁੱਦਾ ਹੈ ਉਹ ਤਲਾਕ ਦਾ ਬਣ ਗਿਆ, ਜਾਂ ਫਿਰ ਪਰਿਵਾਰ ਵਾਲੇ ਕਹਿ ਰਹੇ ਨੇ ਕਿ ਕੁੜੀ ਘਰ ਦਾ ਕੰਮ ਨਹੀਂ ਕਰਦੀ, ਜਾਂ ਕੁੜੀ ਕਹਿ ਦਿੰਦੀ ਹੈ ਕਿ ਮੁੰਡਾ ਨਸ਼ੇੜੀ ਆ, ਮੁੰਡੇ ਦੇ ਪਰਿਵਾਰ ਦਾ ਜਿਹੜਾ ਸੁਭਾਅ ਹੈ ਉਹ ਵਧੀਆ ਨਹੀਂ ਹੈਗਾ। ਸੋ ਇਹਨਾਂ ਚੀਜ਼ਾਂ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਪਰਿਵਾਰਾਂ ਦੇ ਵਿੱਚ ਆ ਰਹੀਆਂ ਨੇ। ਸੋ ਇਸ ਟੌਪਿਕ 'ਤੇ ਮੇਰਾ ਅੱਜ ਗੱਲਬਾਤ ਕਰਨ ਦਾ ਤੁਹਾਡੇ ਨਾਲ ਜਿਹੜਾ ਸਬੱਬ ਬਣਿਆ ਹੈ। ਸਭ ਤੋਂ ਪਹਿਲਾਂ ਤਾਂ ਮੈਂ ਕੁੜੀਆਂ ਨਾਲ ਇਹ ਗੱਲ ਕਰਨੀ ਚਾਹੂੰਗੀ, ਸਟੈਪ ਬਾਈ ਸਟੈਪ ਮੈਂ ਗੱਲ ਕਰੂੰਗੀ। ਕੁੜੀਆਂ ਨਾਲ ਮੈਂ ਇਹ ਗੱਲ ਕਰਨੀ ਚਾਹੂੰਗੀ ਕਿ ਜਦੋਂ
ਸਮਾਂ ਬਦਲਿਆ, ਮਤਲਬ ਅੱਜ ਤੋਂ 15-20 ਸਾਲ ਪਹਿਲਾਂ ਜਿਹੜਾ ਸਮਾਂ ਹੁੰਦਾ ਸੀ ਉਹ ਇਹੀ ਹੁੰਦਾ ਸੀ ਕਿ ਕੁੜੀਆਂ ਘਰਾਂ 'ਚ ਰਹਿੰਦੀਆਂ ਸੀ, ਉਹਨਾਂ ਨੂੰ ਘਰਾਂ ਦੇ ਜਿਹੜੇ ਕੰਮਕਾਰ ਸਿਖਾਏ ਜਾਂਦੇ ਸੀ, ਜਿਹਦੇ ਵਿੱਚ ਸਿਲਾਈ ਕਢਾਈ ਤੋਂ ਲੈ ਕੇ ਮਤਲਬ ਹਰ ਤਰ੍ਹਾਂ ਦਾ ਜਿਹੜਾ ਚੁੱਲ੍ਹਾ ਚੌਂਕਾ ਸੀ ਕਰ ਲੈਂਦੀਆਂ ਸੀ। ਪਰ ਉਸ ਤੋਂ ਬਾਅਦ ਸਮਾਂ ਬਦਲਿਆ, ਸਾਨੂੰ ਕਾਲਜਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਸਾਨੂੰ ਯੂਨੀਵਰਸਿਟੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਸਾਨੂੰ ਬਾਹਰ ਜਾ ਕੇ ਪੜ੍ਹਨ ਦਾ ਕੰਮ ਕਰਨ ਦਾ ਮੌਕਾ ਮਿਲਿਆ। ਅਤੇ ਉੱਥੇ ਜਾ ਕੇ ਅਸੀਂ ਪਹਿਲਾਂ ਇੱਕ ਚੀਜ਼ ਜਿਹੜੀ ਉਹ ਹਮੇਸ਼ਾ ਭੁੱਲ ਗਏ ਕਿ ਪੜ੍ਹਾਈ ਲਿਖਾਈ ਆ ਜਿਹੜੀ ਇਹ ਸਾਡੇ ਵਿੱਚ ਇੱਕ ਹੋਰ ਕਾਬਲੀਅਤ ਨੂੰ ਪੈਦਾ ਕਰਦੀ ਆ। ਉਹ ਕਾਬਲੀਅਤ ਇਹ ਹੈ ਕਿ ਸਾਨੂੰ ਉਹਨਾਂ ਚੀਜ਼ਾਂ ਲਈ ਆਜ਼ਾਦੀ ਮਿਲੀ ਜਿਹੜੀਆਂ ਸਾਨੂੰ ਕਿਸੇ ਹੋਰ ਮੰਚ 'ਤੇ ਕਾਮਯਾਬ ਕਰਦੀਆਂ ਨੇ, ਚਾਹੇ ਉਹ ਆਰਥਿਕ ਤੌਰ 'ਤੇ ਅਸੀਂ ਪੜ੍ਹ ਲਿਖਾਂਗੇ ਤਾਂ ਅਸੀਂ ਚੰਗੀ ਨੌਕਰੀ ਕਰਾਂਗੇ, ਅਸੀਂ ਪੜ੍ਹੇ ਲਿਖੇ ਹੋਵਾਂਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਸੰਭਾਲ ਸਕਾਂਗੇ। ਸੋ ਇਹ ਪੜ੍ਹਾਈ ਲਿਖਾਈ ਦਾ ਜਿਹੜਾ ਇੱਕ ਸਾਨੂੰ ਮੌਕਾ ਮਿਲਿਆ ਉਹ ਸਾਡੇ ਵਿੱਚ ਉਹ ਕਾਬਲੀਅਤ ਨੂੰ ਪੈਦਾ ਕਰਨ ਲਈ ਮਿਲਿਆ ਸੀ। ਪਰ ਅਸੀਂ ਅੱਜ ਕੱਲ੍ਹ ਪੜ੍ਹੇ ਲਿਖੇ ਹੋਣ ਦਾ ਮਤਲਬ ਸਿਰਫ ਇਹ ਕੱਢ ਲਿਆ ਕਿ ਨੌਕਰੀ ਕਰਨਾ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਹੀ ਪੜ੍ਹਾਈ ਲਿਖਾਈ ਦਾ ਮਕਸਦ ਹੈ। ਜਦ ਕਿ ਪੜ੍ਹਾਈ ਲਿਖਾਈ ਦਾ ਮਕਸਦ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਔਰਤ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਸਾਨੂੰ ਪੜ੍ਹਨ ਲਿਖਣ ਦੇ ਮੌਕੇ ਮਿਲੇ, ਸਾਨੂੰ ਬਾਹਰ ਨਿਕਲਣ ਦੇ ਮੌਕੇ ਮਿਲੇ, ਅਤੇ ਉਹਦੇ ਤੋਂ ਬਾਅਦ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਭੁੱਲ ਗਈਆਂ ਕਿ ਉਹ ਇਹ ਸੀ ਕਿ ਮੇਰਾ ਸਭ ਤੋਂ ਪਹਿਲਾ ਮਕਸਦ ਇੱਕ ਔਰਤ ਹੋਣਾ ਹੈ, ਆਪਣਾ ਪਰਿਵਾਰ ਸੰਭਾਲਣਾ ਹੈ, ਪਰਿਵਾਰ ਦੇ ਜੀਆਂ ਦੇ ਸੁੱਖ ਦੁੱਖ ਦਾ ਧਿਆਨ ਰੱਖਣਾ ਹੈ। ਸੋ ਉਹ ਚੀਜ਼ਾਂ ਸਾਡੇ ਅੰਦਰੋਂ ਨਿਕਲ ਗਈਆਂ। ਜਦੋਂ ਅਸੀਂ ਸਹੁਰੇ ਪਰਿਵਾਰ 'ਚ ਜਾਂਦੇ ਹਾਂ ਤਾਂ ਪੇਕੇ ਪਰਿਵਾਰਾਂ 'ਚ ਕਈ ਵਾਰੀ ਅਸੀਂ ਇੰਨੇ ਲਾਡ ਨਾਲ ਪਲੇ ਹੁੰਦੇ ਹਾਂ ਕਿ ਸਹੁਰੇ ਪਰਿਵਾਰਾਂ ਦੇ ਵਿੱਚ ਛੋਟੀ ਛੋਟੀ ਜਿਹੜੀ ਟੋਕਾ ਟਾਕੀ ਆ ਉਹ ਵੀ ਸਾਨੂੰ ਬੁਰੀ ਲੱਗਣ ਲੱਗ ਜਾਂਦੀ ਹੈ। ਅਤੇ ਬਹੁਤ ਸਾਰੀਆਂ ਭੈਣਾਂ ਮੈਨੂੰ ਮੈਸੇਜ ਕਰਨਗੀਆਂ ਕਿ ਮੈਨੂੰ ਲੱਗਦਾ ਕਿ ਮੇਰੀ ਦਰਾਣੀ ਦੇ ਮੁਕਾਬਲੇ ਜਿਹੜੀ ਘਰ ਦੇ ਵਿੱਚ ਮੇਰੀ ਹੈਸੀਅਤ ਆ ਉਹ ਬਹੁਤ ਘੱਟ ਹੈ, ਜਾਂ ਫਿਰ ਇਹ ਹੈ ਕਿ ਘਰ ਦਾ ਕੰਮ ਜਿਹੜਾ ਸਾਰਾ ਹੀ ਆ ਉਹ ਮੇਰੇ ਤੋਂ ਹੀ ਕਰਵਾਇਆ ਜਾਂਦਾ। ਇਹਨਾਂ ਛੋਟੇ ਛੋਟੇ ਮੁੱਦਿਆਂ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਣਾ। ਕੰਮ ਹੈ ਜਿਹੜਾ ਉਹ ਕਰਮਾਂ ਵਾਲਿਆਂ ਦੇ ਹਿੱਸੇ ਆਉਂਦਾ ਹੈ। ਸੋ ਇਹਨੂੰ ਤੁਸੀਂ ਇਹ ਨਹੀਂ ਸਮਝਣਾ ਕਿ ਜੇ ਮੇਰੇ ਤੋਂ ਘਰ ਦਾ ਮੈਂ ਕੰਮ ਕਰਦੀ ਹਾਂ ਤਾਂ ਮੇਰੀ ਹੈਸੀਅਤ ਆ ਜਿਹੜੀ ਛੋਟੀ ਆ। ਤੁਹਾਡੀ ਹੈਸੀਅਤ ਕੋਈ ਛੋਟੀ ਨਹੀਂ ਕਰ ਸਕਦਾ ਜੇ ਤੁਹਾਡੇ 'ਚ ਗੁਣ ਨੇ, ਤੁਹਾਡੇ 'ਚ ਨਿਮਰਤਾ ਹੈ, ਤੁਹਾਡੇ 'ਚ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਜਿਹੜਾ ਇੱਕ ਹੁਨਰ ਹੈ। ਸੋ ਇਸ ਹੁਨਰ ਨੂੰ ਤੁਸੀਂ ਛੱਡਣਾ ਨਹੀਂ। ਹਰ ਕੁੜੀ ਜਦੋਂ ਸਹੁਰੇ ਪਰਿਵਾਰ 'ਚ ਜਾਂਦੀ ਹੈ ਤਾਂ ਉਹਨੂੰ ਉਹ ਮਾਹੌਲ ਅਲੱਗ ਹੀ ਲੱਗਦਾ ਹੁੰਦਾ ਹੈ। ਤੁਸੀਂ ਪੜ੍ਹਨ ਲਈ ਹੋਸਟਲ 'ਚ ਜਾਂਦੇ ਹੋ, ਤੁਸੀਂ ਵਕੇਸ਼ਨ ਲਈ ਕਿਸੇ ਹੌਲੀਡੇ ਸਪੌਟ 'ਤੇ ਜਾਂਦੇ ਹੋ ਤਾਂ ਉੱਥੇ ਜਾ ਕੇ ਵੀ ਇੱਕ ਦਿਨ ਤੁਹਾਨੂੰ ਉਸ ਕਮਰੇ 'ਚ ਨੀਂਦ ਨਹੀਂ ਆਉਂਦੀ ਹੁੰਦੀ। ਉਹ ਘਰ ਜਿੱਥੇ ਤੁਹਾਨੂੰ ਇਹ ਪਤਾ ਕਿ ਤੁਸੀਂ ਤਮਾਮ ਉਮਰ ਰਹਿਣਾ ਹੁਣ ਇੱਥੇ, ਤਾਂ ਉਹ ਘਰ ਪਹਿਲੇ ਦਿਨ ਓਪਰਾ ਲੱਗਦਾ ਹੀ ਹੁੰਦਾ। ਉਸ ਤੋਂ ਬਾਅਦ ਉਹ ਘਰ ਜਾਂ ਉਹ ਪਰਿਵਾਰ ਆ ਜਿਹੜਾ ਤੁਹਾਨੂੰ ਆਪਣਾ ਲੱਗਣ ਲੱਗ ਜਾਂਦਾ। ਅਸੀਂ ਕਈ ਵਾਰੀ ਮੰਨ ਲਓ ਕਿ ਦੂਜੇ ਜਾਂ ਤੀਜੇ ਦਿਨ ਹੀ ਜੇ ਸਾਨੂੰ ਕੋਈ ਘਰ ਦੀ ਵੱਡੀ ਬਜ਼ੁਰਗ ਹੈ ਜਾਂ ਫਿਰ ਉਸ ਘਰ 'ਚ ਜਿਹੜੀ ਪਹਿਲਾਂ ਤੋਂ ਰਹੀ ਹੋਈ ਸਾਡੀ ਜਠਾਣੀ ਹੁੰਦੀ ਆ, ਉਹ ਜੇ ਕੋਈ ਘਰ ਦਾ ਤੌਰ ਤਰੀਕਾ ਸਮਝਾਉਣ ਲੱਗ ਜੇ ਤਾਂ ਸਾਨੂੰ ਲੱਗਦਾ ਹੁੰਦਾ ਕਿ ਇਹ ਟੋਕਾ ਟਾਕੀ ਹੈ, ਜਿਹੜੀ ਕਿ ਟੋਕਾ ਟਾਕੀ ਨਹੀਂ ਹੁੰਦੀ। ਜੇ ਅਸੀਂ ਉਹਨੂੰ ਪਹਿਲਾਂ ਤੋਂ ਹੀ ਸ਼ੁਰੂ ਤੋਂ ਸ਼ੁਰੂਆਤ ਦੇ ਵਿੱਚ ਹੀ ਅਸੀਂ ਮਤਲਬ ਉਹਨੂੰ ਟੋਕਾ ਟਾਕੀ ਨਾ ਸਮਝ ਕੇ ਦਿਲ 'ਤੇ ਨਾ ਲਾਈਏ ਤਾਂ ਸਾਨੂੰ ਉਹ ਜੀਅ ਵੀ ਚੰਗੇ ਲੱਗਣ ਲੱਗ ਜਾਂਦੇ ਨੇ ਅਤੇ ਹੌਲੀ ਹੌਲੀ ਮਾਹੌਲ ਆ ਜਿਹੜਾ ਉਹ ਸੁਖਾਵਾਂ ਹੋ ਜਾਂਦਾ ਹੈ। ਅਤੇ ਦੂਸਰੀ ਗੱਲ ਮੈਂ ਹੁਣ ਸਹੁਰੇ ਪਰਿਵਾਰ ਬਾਰੇ ਕਰਨਾ। ਕਈ ਵਾਰ ਕੀ ਹੁੰਦਾ ਹੈ ਕਿ ਤੁਹਾਡੇ 2 ਜਾਂ 3 ਪੁੱਤਰ ਹੁੰਦੇ ਨੇ, ਜਾਂ ਫਿਰ ਪੁੱਤਰ ਇੱਕੋ ਹੀ ਹੁੰਦਾ ਘਰ 'ਚ 2। ਜ਼ਾਹਿਰ ਜੀ ਗੱਲ ਹੈ ਕਿ ਮਾਪਿਆਂ ਨੂੰ ਜਿਹੜੀਆਂ ਧੀਆਂ ਉਹ ਬਹੁਤ ਚੰਗੀਆਂ ਲੱਗਦੀਆਂ ਹੁੰਦੀਆਂ ਨੇ, ਤਾਂ ਉਹ ਨਵੀਂ ਆਈ ਨੂੰਹ ਦਾ ਮੁਕਾਬਲਾ ਆਪਣੀਆਂ ਧੀਆਂ ਨਾਲ ਕਰਨ ਲੱਗ ਜਾਂਦੇ ਨੇ। ਧੀਆਂ ਦੀ ਜਿਹੜੀ ਛੋਟੀ ਤੋਂ ਲੈ ਕੇ ਵੱਡੀ ਗਲਤੀ ਉਹ ਹਰ ਮਾਂ ਬਾਪ ਨਜ਼ਰ ਅੰਦਾਜ਼ ਕਰ ਦਿੰਦਾ, ਜਦ ਕਿ ਨੂੰਹ ਨੂੰ ਤੁਸੀਂ ਪਹਿਲੇ ਦਿਨ ਤੋਂ ਹੀ ਪਰਖਣਾ ਸ਼ੁਰੂ ਕਰ ਦਿੰਦੇ ਹੋ। ਜਿਹੜੇ ਪਰਿਵਾਰ ਦੇ ਵਿੱਚੋਂ ਉਹ ਬੱਚਾ 25-26 ਸਾਲ ਪੜ੍ਹ ਕੇ ਆਇਆ ਤਾਂ ਪਹਿਲਾਂ ਤਾਂ ਇਸ ਚੀਜ਼ 'ਤੇ ਭਰੋਸਾ ਰੱਖੋ ਕਿ ਜੇ ਉਸ ਪਰਿਵਾਰ ਦੇ ਨਾਲ ਤੁਸੀਂ ਰਿਸ਼ਤਾ ਜੋੜਿਆ ਏ ਤਾਂ ਜ਼ਾਹਿਰ ਜੀ ਗੱਲ ਹੈ ਕਿ ਕੋਈ ਚੰਗੇ ਗੁਣ ਜਾਂ ਉਸ ਪਰਿਵਾਰ ਬਾਰੇ ਕੁਛ ਚੰਗਾ ਸੁਣ ਕੇ ਹੀ ਤੁਹਾਡਾ ਜਿਹੜਾ ਤੁਸੀਂ ਉਸ ਘਰ ਆਪਣੇ ਪੁੱਤਰ ਦਾ ਰਿਸ਼ਤਾ ਲੈ ਕੇ ਗਏ ਹੋ। ਚਲੋ ਜੀ, ਨੂੰਹ ਘਰ ਦੇ ਵਿੱਚ ਆ ਜਾਂਦੀ ਹੈ, 25-26 ਸਾਲ ਇੱਕ ਅਲੱਗ ਘਰ ਦੇ ਵਿੱਚ ਰਹਿਣਾ, ਉਹਨਾਂ ਦੇ ਤੌਰ ਤਰੀਕਿਆਂ ਦੇ ਵਿੱਚ ਜਿਉਣਾ, ਉਹਨਾਂ ਦੇ ਤੌਰ ਤਰੀਕੇ ਜਿਹੜੇ ਤੁਹਾਡੇ ਖੂਨ 'ਚ ਰਚੇ ਹੁੰਦੇ ਨੇ। ਜਦੋਂ ਮੈਂ ਇਸ ਘਰ ਦੇ ਵਿੱਚ ਆਈ ਸੀ ਤਾਂ
ਮੈਂ ਖੁਦ ਮਲਵਈਆਂ ਦੀ ਧੀ ਹਾਂ ਅਤੇ ਜਿਹੜੇ ਮੇਰੇ ਸਹੁਰਾ ਪਰਿਵਾਰ ਆ ਉਹ ਲਾਹੌਰੀ ਰਿਫਿਊਜੀ ਪਰਿਵਾਰ ਆ। ਤਾਂ ਮੈਂ ਆ ਕੇ ਦੇਖਿਆ ਸੀ ਕਿ ਮੈਂ ਵੀ ਹੋਸਟਲਸ ਦੇ ਵਿੱਚ ਪੜ੍ਹੀ ਹਾਂ। ਮੈਂ ਵੀ ਮਤਲਬ ਬਾਹਰ +2 ਤੋਂ ਬਾਅਦ ਦੀ ਜਿਹੜੀ ਸਾਰੀ ਸਟੱਡੀ ਆ ਉਹ ਬਾਹਰ ਰਹਿ ਕੇ ਹੋਸਟਲਾਂ ਦੇ ਵਿੱਚ PG 'ਚ ਰਹਿ ਕੇ ਕੀਤੀ ਹੋਈ ਆ। ਤਾਂ ਇਸ ਘਰ ਦੇ ਵਿੱਚ ਮੈਂ ਆ ਕੇ ਦੇਖਿਆ ਕਿ ਮਤਲਬ ਸਬਜ਼ੀ ਬਣਾਉਣ ਤੋਂ ਲੈ ਕੇ ਬਹੁਤ ਸਾਰੇ ਕੰਮ ਕਾਰ ਕਰਨ ਦੇ ਜਿਹੜੇ ਤੌਰ ਤਰੀਕੇ ਸੀ ਉਹ ਵੱਖਰੇ ਸੀ। ਇਸ ਪਰਿਵਾਰ ਦੇ ਵਿੱਚ ਜਿਹੜੀਆਂ ਔਰਤਾਂ ਸੀ ਉਹ ਆਪਣੇ ਘਰ ਵਾਲੇ ਤੋਂ ਬਿਨਾਂ ਬਾਹਰ ਈਵਨ ਕਿ ਸਬਜ਼ੀ ਖਰੀਦਣ ਵੀ ਨਹੀਂ ਜਾਂਦੀਆਂ। ਅਤੇ ਮੇਰੇ ਪਰਿਵਾਰ ਦੇ ਵਿੱਚ ਜਿਹੜਾ ਮਾਹੌਲ ਸੀ ਉਹ ਹੋਰ ਬਹੁਤ ਤਰੀਕੇ ਦਾ ਸੀ। ਉੱਥੇ ਇਹ ਸੀਗਾ ਕਿ ਮੈਂ ਬਠਿੰਡੇ ਸਟੇਸ਼ਨ ਤੋਂ ਰੇਲ 'ਤੇ ਮਤਲਬ ਟ੍ਰੇਨ 'ਤੇ ਜੋਧਪੁਰ ਇਕੱਲੀ ਪੜ੍ਹਨ ਚਲੀ ਜਾਂਦੀ ਸੀਗੀ। ਸੋ ਇਸ ਮਾਹੌਲ 'ਚ ਜਦੋਂ ਮੈਂ ਆਈ, ਮੈਂ ਇਹ ਨਹੀਂ ਸੀ ਸੋਚਿਆ ਕਿ ਮੈਨੂੰ ਮੇਰੇ ਮਾਂ ਪਿਓ ਨੇ ਕਿੱਥੇ ਸੁੱਟਤਾ। ਮੈਂ ਇਹ ਸੋਚਿਆ ਸੀ ਕਿ ਇੱਕ ਅਲੱਗ ਪਰਿਵਾਰ ਆ, ਇਹ ਅਲੱਗ ਪਰਿਵਾਰ ਆ, ਜਾਂ ਮੈਂ ਇਹਦੇ ਤੌਰ ਤਰੀਕੇ ਸਿੱਖਣੇ ਨੇ ਜਾਂ ਫਿਰ ਇਸ ਪਰਿਵਾਰ ਨੂੰ ਮੈਂ ਹੌਲੀ ਹੌਲੀ ਆਪਣੇ ਵਰਗਾ ਬਣਾਉਣਾ ਹੈ। ਸੋ ਜਦੋਂ ਮੈਂ ਇਸ ਘਰ ਦੇ ਵਿੱਚ ਆਈ ਤਾਂ ਮੈਂ ਉਹ ਤੌਰ ਤਰੀਕੇ ਸਿੱਖਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਇਹਨਾਂ ਨੂੰ ਵੀ ਲੱਗਣ ਲੱਗ ਗਿਆ ਕਿ ਮੈਂ ਇਹਨਾਂ ਦੇ ਘਰ ਦਾ ਜਿਹੜਾ ਇੱਕ ਕਲਚਰ ਆ ਜਾਂ ਇਹਨਾਂ ਦੇ ਘਰ ਦੇ ਵਿੱਚ ਜੋ ਸਿਖਾਇਆ ਜਾਂਦਾ, ਜੋ ਰਹਿਣ ਸਹਿਣ ਦਾ ਢੰਗ ਆ ਉਹ ਮੈਂ ਸਿੱਖ ਰਹੀ ਹਾਂ। ਤਾਂ ਉਹ ਮੈਨੂੰ ਬੜੇ ਪਿਆਰ ਨਾਲ ਸਿਖਾਇਆ ਗਿਆ। ਕੁਛ ਕੁ ਚੀਜ਼ਾਂ ਤੁਹਾਡੇ ਮਤਭੇਦ ਹੁੰਦੇ ਨੇ, ਇਹ ਨਹੀਂ ਕਿ ਮੈਨੂੰ ਸਾਰਾ ਕੁਛ ਜਿਹੜਾ ਥਾਲੀ 'ਚ ਪਰੋਸਿਆ ਹੋਇਆ ਮਿਲ ਗਿਆ, ਨਹੀਂ, ਇਹੋ ਜਿਹਾ ਕੁਛ ਨਹੀਂ ਸੀਗਾ। ਮੇਰੀਆਂ ਭੈਣਾਂ ਨੇ ਜਿਹੜੀਆਂ, ਮੇਰੀਆਂ ਕਜ਼ਨ ਨੇ ਜਿਹੜੀਆਂ, ਉਹਨਾਂ ਦੇ ਮੁਕਾਬਲੇ ਇਸ ਘਰ ਦੇ ਵਿੱਚ ਮੈਨੂੰ ਢਲਣ ਨੂੰ ਬਹੁਤ ਸਮਾਂ ਲੱਗਿਆ। ਪਰ ਫਿਰ ਵੀ ਮੈਂ ਕਦੇ ਇਹ ਨਹੀਂ ਸੀ ਸੋਚਿਆ ਕਿ ਮੈਂ ਕਿਹੋ ਜਿਹੇ ਪਰਿਵਾਰ 'ਚੋਂ ਆ ਗਈ ਅਤੇ ਮੈਨੂੰ ਇੱਥੇ ਕਿਹੋ ਜਿਹਾ ਪਰਿਵਾਰ ਮਿਲ ਗਿਆ। ਨਹੀਂ, ਮੈਨੂੰ ਇਹੀ ਸੀਗਾ ਕਿ ਨਹੀਂ, ਮੈਂ ਇਸ ਘਰ 'ਚ ਰਹਿ ਕੇ ਇਹਨਾਂ ਦੇ ਜਿਹੜੇ ਰੰਗ ਢੰਗ ਨੇ ਉਹ ਸਿੱਖਣੇ ਨੇ। ਅਤੇ ਉਸ ਤੋਂ ਬਾਅਦ ਜਦੋਂ ਮੈਂ ਇੱਕ ਵਾਰੀ ਇਸ ਘਰ ਦੇ ਵਿੱਚ ਆਪਣੇ ਪੈਰ ਜਮਾ ਲੂੰਗੀ ਤਾਂ ਉਸ ਤੋਂ ਬਾਅਦ ਸ਼ਾਇਦ ਮੈਂ ਆਪਣੇ ਕੁਛ ਤੌਰ ਤਰੀਕੇ ਵੀ ਸ਼ੁਰੂ ਕਰੂੰਗੀ। ਸੋ ਪਹਿਲੇ ਦਿਨ ਆ ਕੇ ਮਤਲਬ ਤਬਦੀਲੀ ਵਾਲੀ ਗੱਲ ਨਹੀਂ ਜਿਹੜੀ ਅਸੀਂ ਸੋਚਣੀ। ਸੋ ਸਹੁਰੇ ਪਰਿਵਾਰ ਦੀ ਮੈਂ ਗੱਲ ਕਰ ਰਹੀ ਸੀ ਕਿ ਸਹੁਰੇ ਪਰਿਵਾਰ ਵੀ ਕਈ ਵਾਰੀ ਦੂਜੇ ਦਿਨ ਤੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਲੇਟ ਉੱਠਦੀ ਹੈ ਜਾਂ ਫਿਰ ਇਹ ਤਾਂ ਇੰਨੇ ਵਜੇ ਉੱਠਦੀ ਹੈ, ਇਹ ਬਜ਼ੁਰਗਾਂ ਦੇ ਪੈਰੀ ਹੱਥ ਨਹੀਂ ਲਾਉਂਦੀ। ਇਹੋ ਜਿਹੀਆਂ ਜਿਹੜੀਆਂ ਟੋਕਾ ਟਕਈਆਂ ਨੇ ਉਹਨਾਂ ਨੂੰ ਕਰਨ ਦੀ ਬਜਾਏ ਪਹਿਲਾਂ ਤੁਸੀਂ ਉਸ ਬੱਚੇ ਨੂੰ ਦੇਖੋ ਕਿ ਉਹ ਹੋ ਸਕਦਾ ਉਹ ਇੰਨਾ ਸਿਆਣਾ ਹੋਵੇ ਕਿ ਤੁਹਾਡੇ ਘਰ ਦੇ ਤੌਰ ਤਰੀਕੇ ਬੇਸ਼ੱਕ ਨਾ ਉਹਨੂੰ ਪਤਾ ਹੋਣ, ਪਰ ਉਹਦੇ ਆਪਣੇ ਤੌਰ ਤਰੀਕੇ ਵੀ ਨੇ ਜਿਹੜੇ ਇੱਕ ਬਹੁਤ ਹੀ ਚੰਗੀ ਅਤੇ ਸਿਆਣੀ ਘਰ ਸੰਭਾਲਣ ਵਾਲੀ ਕੁੜੀ ਵਾਲੇ ਹੋਣ। ਸੋ ਉਹਨਾਂ 'ਤੇ ਉਹਦੇ 'ਤੇ ਵੀ ਤੁਸੀਂ ਭਰੋਸਾ ਕਰਕੇ ਦੇਖੋ। ਜਦੋਂ ਅਸੀਂ ਘਰ ਦੇ ਵਿੱਚ ਕੋਈ ਨਵਾਂ ਫਰਨੀਚਰ ਕਈ ਵਾਰੀ ਲਿਆਉਂਦੇ ਹਾਂ ਜਾਂ ਇੱਥੋਂ ਤੱਕ ਕਿ ਤੁਸੀਂ ਕੋਈ ਗਮਲਾ ਵੀ ਲਿਆ ਕੇ ਘਰ 'ਚ ਧਰਦੇ ਹੋ ਤਾਂ ਥੋੜ੍ਹੇ ਜਿਹੇ ਦਿਨ ਉਹ ਵੀ ਤੁਹਾਨੂੰ ਓਪਰਾ ਲੱਗਦਾ ਰਹਿੰਦਾ। ਪਰ ਜਦੋਂ ਕਿਉਂਕਿ ਤੁਹਾਡੀ ਨਜ਼ਰ ਹੀ ਉਹਦੇ 'ਤੇ ਜਾਂਦੀ ਹੈ, ਨਵਾਂ ਫਰਨੀਚਰ ਲੈ ਆਏ ਤਾਂ ਤੁਹਾਡੀ ਨਜ਼ਰ ਹੈ ਜਿਹੜੀ ਉਹਦੇ 'ਤੇ ਹੀ ਜਾਂਦੀ ਰਹਿਣੀ ਆ ਅਤੇ ਓਪਰਾ ਹੀ ਲੱਗਦਾ, ਮਤਲਬ ਅਲੱਗ ਜਿਹਾ ਹੀ ਲੱਗੀ ਜਾਊਗਾ। ਸੋ ਇਵੇਂ ਹੀ ਨੂੰਹ ਹੁੰਦੀ ਹੈ, ਜਦੋਂ ਨੂੰਹ ਆਉਂਦੀ ਹੈ ਤਾਂ ਤੁਹਾਡਾ ਜਿਹੜਾ ਸਾਰਾ ਫੋਕਸ ਹੈ, ਤੁਹਾਡਾ ਜਿਹੜਾ ਸਾਰਾ ਧਿਆਨ ਆ ਉਹਦੇ 'ਤੇ ਹੀ ਰਹਿੰਦਾ। ਆਂਢਣਾ ਗੁਆਂਢਣਾ ਦਾ ਧਿਆਨ ਉਹਦੇ 'ਤੇ ਰਹਿੰਦਾ ਕਿ ਨੂੰਹ ਕੀ ਕਰਦੀ ਹੈ, ਕਿੰਨੇ ਵਜੇ ਉੱਠਦੀ ਹੈ। ਅਤੇ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਦਿਨ ਰਾਤ ਸੱਸਾਂ ਜਾਂ ਸਹੁਰੇ ਸੁਣਦੇ ਰਹਿੰਦੇ ਨੇ ਤਾਂ ਉਹਨਾਂ ਦਾ ਵੀ ਧਿਆਨ ਆ ਫਿਰ ਜਿਹੜਾ ਨੂੰਹ 'ਤੇ ਹੀ ਰਹਿੰਦਾ। ਅਤੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਸਾਡੇ ਘਰ 'ਚ ਤਾਂ ਪਹਿਲਾਂ ਕਦੀ ਹੋਈਆਂ ਨਹੀਂ ਤਾਂ ਫਿਰ ਉਹ ਟੋਕਾ ਟਕਾਈ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਰਿਸ਼ਤੇ ਜਿਹੜੇ ਖਰਾਬ ਹੋ ਜਾਂਦੇ ਨੇ। ਅਤੇ ਦੂਜੀ ਗੱਲ, ਮੇਰੀ ਵੀ ਇੱਕ ਭੈਣ ਆ ਜਿਨ੍ਹਾਂ ਦੇ 2 ਬੇਟੀਆਂ ਨੇ। ਉਹਨਾਂ ਦੀ ਮਦਰ ਇਨ ਲਾਅ ਦੀ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗਦੀ ਹੁੰਦੀ ਸੀ ਕਿ ਅੱਜ ਕੱਲ੍ਹ ਜਦੋਂ ਤੁਹਾਡੀ ਨੂੰਹ ਦੇ ਪਹਿਲਾ ਬੱਚਾ ਬੇਟੀ ਹੋ ਜਾਂਦਾ ਤਾਂ ਮੋਸਟ ਆਫ ਜਿਹੜੇ ਪਰਿਵਾਰ ਨੇ, ਬੇਸ਼ੱਕ ਅਸੀਂ ਬਹੁਤ ਪੜ੍ਹ ਲਿਖ ਗਏ ਹਾਂ, ਪਰ ਉਹਨਾਂ ਦੀ ਉਮੀਦ ਬਣ ਜਾਂਦੀ ਹੈ ਕਿ ਅੱਗੇ ਜਾ ਕੇ ਇਹਦੇ ਜਿਹੜਾ ਪੁੱਤਰ ਹੁਣ ਜ਼ਰੂਰ ਹੋਣਾ ਚਾਹੀਦਾ। ਇੱਥੇ ਬਜ਼ੁਰਗਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਤੁਹਾਨੂੰ ਤੁਹਾਡੇ ਮਾਂ ਪਿਓ ਨੇ ਅੱਜ ਤੋਂ 40-45 ਸਾਲ ਪਹਿਲਾਂ ਪਾਲਿਆ ਸੀ। ਉਸ ਸਮੇਂ ਜਿਹੜੇ ਮਾਹੌਲ ਸੀ, ਉਸ ਸਮੇਂ ਜਿਹੜੇ ਆਜ਼ਾਦੀ ਸੀ ਉਹ ਹੋਰ ਤਰੀਕਿਆਂ ਦੀ ਸੀ। ਉਸ ਮਾਹੌਲ ਨਾਲ, ਉਸ ਆਜ਼ਾਦੀ ਨਾਲ ਅੱਜ ਦੇ ਨੂੰਹ ਪੁੱਤਰ ਨੂੰ ਤੁਸੀਂ ਨਾ ਰੱਖੋ। ਜਦੋਂ ਤੁਸੀਂ ਬਹੁਤ ਸਾਰੇ ਪਰਿਵਾਰ ਨੇ ਨੂੰਹ 'ਤੇ ਇਸ ਤਰੀਕੇ ਦਾ ਪ੍ਰੈਸ਼ਰ ਬਣਾ ਦੇਣਗੇ ਜਾਂ ਪੁੱਤਰ 'ਤੇ ਵੀ ਸਾਨੂੰ ਪੋਤਰਾ ਹੀ ਚਾਹੀਦਾ, ਸਾਨੂੰ ਸਾਡੀ ਜਾਇਦਾਦ ਸੰਭਾਲਣ ਲਈ ਪੋਤਾ ਚਾਹੀਦਾ। ਤੁਹਾਡੀ ਜਾਇਦਾਦ ਸੰਭਾਲਣ ਲਈ ਜਾਂ ਤੁਹਾਡਾ ਪਰਿਵਾਰ ਸੰਭਾਲਣ ਲਈ, ਤੁਹਾਡਾ ਖਾਨਦਾਨ ਸੰਭਾਲਣ ਲਈ ਤੁਹਾਡਾ ਪੁੱਤਰ ਅਤੇ ਨੂੰਹ ਹੁੰਦਾ, ਨਾ ਕਿ ਉਸ ਤੋਂ ਅਗਲੀ ਜਿਹੜੀ 3rd ਜਨਰੇਸ਼ਨ ਹੁੰਦੀ ਆ।
ਕਿਸੇ ਵੀ ਪੋਤਾ ਪੋਤੀ ਨੇ ਆਪਣੇ ਦਾਦਾ ਦਾਦੀ ਨੂੰ ਬੈਠ ਕੇ ਰੋਟੀ ਨਹੀਂ ਦੇਣੀ। ਜੇ ਤੁਹਾਡੇ ਨੂੰਹ ਦੇ ਪੋਤਾ ਹੋ ਵੀ ਜਾਂਦਾ, ਬੱਚਾ ਹੋ ਵੀ ਜਾਂਦਾ ਬੇਟਾ, ਤਾਂ ਉਹਨੇ ਕੱਲ੍ਹ ਨੂੰ ਆਪਣੇ ਮਾਂ ਬਾਪ ਦੇ ਨਾਲ ਹੀ ਉਹਦਾ ਰਿਜ਼ਕ ਜੁੜਿਆ ਹੋਇਆ, ਤੁਹਾਡੀ ਤੀਜੀ ਪੀੜ੍ਹੀ ਨਾਲ ਉਹਦਾ ਕੋਈ ਕੰਸਰਨ ਨਹੀਂ ਰਹਿ ਜਾਂਦਾ, ਹੈ ਨਾ। ਤੁਹਾਨੂੰ ਚਾਅ ਜ਼ਰੂਰ ਹੁੰਦਾ ਕਿ ਤੁਸੀਂ ਵਿਹੜੇ 'ਚ ਪੋਤੇ ਪੋਤੀਆਂ ਖੰਡਾਓ, ਪਰ ਜੇ ਤੁਸੀਂ ਉਹਨਾਂ ਨੂੰ ਫੋਰਸ ਕਰੋਗੇ, ਮਤਲਬ ਕਿ ਸਾਨੂੰ ਪੋਤਾ ਚਾਹੀਦਾ, ਤਾਂ ਉਹਦੇ ਨਾਲ ਇੱਕ ਤਾਂ ਤੁਸੀਂ ਉਹਨਾਂ ਨਾਲ ਆਪਣਾ ਜਿਹੜਾ ਮਾਹੌਲ ਆ ਉਹ ਖ਼ਰਾਬ ਕਰਦੇ ਹੋ, ਅਤੇ ਦੂਜਾ ਇੱਕ ਪਤੀ ਪਤਨੀ ਦਾ ਰਿਸ਼ਤਾ ਵੀ ਜਿਹੜਾ ਖ਼ਰਾਬ ਹੁੰਦਾ, ਕਿਉਂਕਿ ਹੌਲੀ ਹੌਲੀ ਗੱਲਾਂ ਸੁਣ ਸੁਣ ਕੇ ਕਿਤੇ ਨਾ ਕਿਤੇ ਮੁੰਡਿਆਂ ਦੇ ਮਨਾਂ 'ਚ ਵੀ ਇਹ ਗੱਲਾਂ ਆ ਜਾਂਦੀਆਂ ਨੇ ਕਿ ਮੇਰੇ ਪੁੱਤਰ ਹੀ ਹੋਵੇ, ਜਿਹਦੇ ਕਿ ਨਤੀਜੇ ਅੱਗੇ ਜਾ ਕੇ ਬਹੁਤ ਭੈੜੇ ਨਿਕਲਦੇ ਆ। ਧੀ ਹੋਵੇ ਜਾਂ ਪੁੱਤਰ, ਜੇ ਤੁਸੀਂ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਪਾਲਦੇ ਹੋ ਤਾਂ ਤੁਹਾਡੇ ਬੁਢਾਪੇ ਦਾ ਸਹਾਰਾ ਉਹਨਾਂ 'ਚੋਂ ਕੋਈ ਵੀ ਬਣ ਸਕਦਾ, ਠੀਕ ਹੈ। ਅਤੇ ਕਈ ਵਾਰ ਇਹ ਵੀ ਹੁੰਦਾ ਕਿ ਦੋ ਦੋ ਤਿੰਨ ਤਿੰਨ ਪੁੱਤਰ ਹੋਣ ਤੋਂ ਬਾਅਦ ਵੀ ਜਿਹੜੇ ਮਾਪੇ ਨੇ ਉਹ ਸੜਕਾਂ 'ਤੇ ਰੁਲਦੇ ਫਿਰਦੇ ਨੇ। ਮੇਰੇ ਆਪਣੇ ਪਰਿਵਾਰ ਦੀ ਕਹਾਣੀ ਹੈ ਕਿ ਮੇਰੇ ਨਾਨਾ ਜੀ, ਜਿਨ੍ਹਾਂ ਦੀਆਂ ਮੈਂ ਅਕਸਰ ਕਹਾਣੀਆਂ ਲਿਖਦੀ ਹਾਂ, ਲੋਕ ਸਮਝ ਲੈਂਦੇ ਨੇ ਕਿ ਮੇਰੇ ਮਾਂ ਪਿਓ ਨਹੀਂ ਹੈਗੇ, ਮੇਰੇ ਮਾਂ ਪਿਓ ਹੈਗੇ ਨੇ। ਮੈਂ ਕਹਾਣੀ ਲਿਖਦੀ ਹੁੰਦੀ ਹਾਂ ਆਪਣੇ ਮਦਰ ਦੀ, ਜਿਨ੍ਹਾਂ ਦੀ ਆਪਣੀ ਮੇਰੇ ਨਾਨੀ ਜੀ, ਮਤਲਬ ਜਦੋਂ ਮੇਰੇ ਮੰਮੀ ਬਹੁਤ ਛੋਟੇ ਸੀ ਤਾਂ ਉਸ ਸਮੇਂ ਉਹਨਾਂ ਦੀ ਡੈਥ ਹੋ ਗਈ ਸੀ, ਅਤੇ ਮੇਰੇ ਮੰਮੀ ਹੁਣੀ ਭੈਣਾਂ ਹੀ ਭੈਣਾਂ ਨੇ। ਅਤੇ ਅੱਜ ਉਹ ਭੈਣਾਂ ਕਚਹਿਰੀਆਂ ਦੇ ਵਿੱਚ ਆਪਣੇ ਪਿਓ ਦੀ ਜਾਇਦਾਦ ਲਈ ਲੜ ਰਹੀਆਂ ਨੇ, ਅਤੇ ਉਹ ਪਿਓ ਜਿਹਨੇ ਸੋਚਿਆ ਸੀ ਕਿ ਮੇਰੀਆਂ ਧੀਆਂ ਨੇ ਜਿਹੜੀਆਂ ਬੁਢਾਪੇ ਦੇ ਵਿੱਚ ਮੈਨੂੰ ਸੰਭਾਲਣਗੀਆਂ, ਉਹਨਾਂ ਦਾ ਬੁਢਾਪਾ ਆਪਣੀਆਂ ਧੀਆਂ ਨੂੰ ਕਚਹਿਰੀਆਂ ਦੇ ਵਿੱਚ ਲੜਦਿਆਂ ਵੇਖ ਕੇ ਲੰਘਿਆ ਏ। ਅਤੇ ਸੋ ਇਹੋ ਜਿਹੀ ਧਾਰਨਾ ਮੁੰਡੇ ਜਾਂ ਕੁੜੀ ਵਾਲੀ ਆਪਣੇ ਮਨ ਦੇ ਵਿੱਚ ਨਾ ਬਣਾਓ ਕਿ ਨੂੰਹ ਨੂੰ ਤੁਸੀਂ ਕਹੋ ਕਿ ਸਾਨੂੰ ਅੱਗੇ ਪੋਤਰਾ ਚਾਹੀਦਾ। ਕਈ ਵਾਰੀ ਮੀਆਂ ਬੀਬੀ ਦਾ ਆਪਣਾ ਜਿਹੜਾ ਰੁਝਾਨ ਨਹੀਂ ਇਹਨਾਂ ਚੀਜ਼ਾਂ ਵੱਲ ਹੁੰਦਾ, ਆਪਣੀ ਇੱਛਾ ਨਹੀਂ ਹੁੰਦੀ, ਸਿਰਫ ਬਜ਼ੁਰਗਾਂ ਦੇ ਕਹੇ 'ਤੇ ਉਹ ਫੋਰਸਲੀ ਜਿਹੜੇ ਫਿਰ ਇਹੋ ਜਿਹੇ ਫੈਸਲੇ ਕਰਦੇ ਨੇ, ਅਤੇ ਉਸ ਤੋਂ ਬਾਅਦ ਉਹਨਾਂ ਦਾ ਆਪਸੀ ਕਲੇਸ਼ ਵੀ ਹੈ ਜਿਹੜਾ ਹੋ ਜਾਂਦਾ। ਔਲਾਦ ਆ ਜਿਹੜੀ ਉਹ ਪਰਮਾਤਮਾ ਦੇ ਹੱਥ ਹੁੰਦੀ ਹੈ, ਔਲਾਦ ਕਿਸੇ ਦੇ ਆਪਣੇ ਹੱਥ 'ਚ ਨਹੀਂ ਹੁੰਦੀ। ਸੋ ਇਹਨਾਂ ਚੀਜ਼ਾਂ ਨੂੰ ਵੀ ਹੁਣ ਅਸੀਂ ਨੇ ਬਦਲਣਾ ਹੈ। ਅਤੇ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਕਈ ਵਾਰੀ ਜ਼ਿੰਦਗੀ ਦੇ ਵਿੱਚ ਬਹੁਤ ਚਾਰੇ ਲਾਉਂਦੀਆਂ ਨੇ, ਕੋਸ਼ਿਸ਼ ਕਰਦੀਆਂ ਨੇ ਕਿ ਸਹੁਰਾ ਪਰਿਵਾਰ ਬਦਲ ਜਾਵੇ, ਜਾਂ ਅੱਜ ਕੱਲ੍ਹ ਇੱਕ ਰੁਝਾਨ ਹੈ ਕਿ ਮੁੰਡੇ ਅਡਿਕਟਡ ਨੇ, ਮੁੰਡੇ ਡਰਿੰਕ ਕਰਦੇ ਨੇ, ਮੁੰਡੇ ਨਸ਼ਾ ਕਰਦੇ ਨੇ, ਚਿੱਟੇ ਦਾ ਤਾਂ ਬਹੁਤ ਹੀ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਜਿਹੜਾ ਹਾਲਾਤ ਬਣੇ ਹੋਏ ਨੇ, ਤਾਂ ਉਹ ਅਕਸਰ ਕੁੜੀਆਂ ਨੂੰ ਵਿਆਹ ਤੋਂ ਬਾਅਦ ਪਤਾ ਲੱਗਦਾ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਈ ਵਾਰੀ ਮੈਂ ਕਹੂੰਗੀ ਕਿ ਜੇ ਤਾਂ ਤੁਸੀਂ ਇਸ ਤਰੀਕੇ ਨਾਲ ਤੁਹਾਡਾ ਮਨੋਬਲ ਹੈ ਜਿਹੜਾ ਉਹ ਸਟਰੋਂਗ ਹੈ, ਤਾਂ ਤੁਸੀਂ ਫੈਸਲੇ ਨੇ ਜਿਹੜੇ ਬਹੁਤ ਛੇਤੀ ਆਪਣੀ ਜ਼ਿੰਦਗੀ ਦੇ ਕਰ ਲਓ ਕਿ ਹਾਂ ਮੈਂ ਤਾਂ 6 ਮਹੀਨੇ ਹੋ ਗਏ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਨੂੰ, ਜਾਂ ਸਾਲ ਹੋ ਗਿਆ ਮੈਨੂੰ ਇਹਨੂੰ ਬਦਲਣ ਦੀ ਕੋਸ਼ਿਸ਼ ਕਰਦੀ ਨੂੰ, ਤਾਂ ਇਹ ਨਹੀਂ ਬਦਲਿਆ। ਪਰ ਬਹੁਤ ਸਾਰੇ ਕੇਸਾਂ ਦੇ ਵਿੱਚ ਕੁੜੀਆਂ ਉਦੋਂ ਜਾ ਕੇ ਸਟੈਪ ਲੈਂਦੀਆਂ ਨੇ ਜਦੋਂ ਉਹਨਾਂ ਦੇ ਬੱਚੇ ਹੋ ਜਾਂਦੇ ਨੇ। ਸੋ ਉਸ ਸਮੇਂ ਜਿਹੜੇ ਇਹੋ ਜਿਹੇ ਕਦਮ ਨੇ ਉਹ ਬਹੁਤ ਗਲਤ ਹੋ ਜਾਂਦੇ ਨੇ, ਕਿਉਂਕਿ ਉਸ ਸਮੇਂ ਜ਼ਿੰਦਗੀ ਹੈ ਜਿਹੜੀ ਉਹ ਤੁਹਾਡੀ ਇਕੱਲਿਆਂ ਦੀ ਨਹੀਂ ਹੁੰਦੀ, ਤੁਹਾਡੇ ਪਤੀ ਪਤਨੀ ਦੇ ਵਿਚਕਾਰ ਦਾ ਉਹ ਮੁੱਦਾ ਨਹੀਂ ਹੁੰਦਾ, ਉਸ ਸਮੇਂ ਉਹ ਤੁਹਾਡੇ ਬੱਚਿਆਂ ਦੇ ਵਿਚਕਾਰ ਦਾ ਮੁੱਦਾ ਵੀ ਬਣ ਜਾਂਦਾ ਹੈ। ਬਹੁਤ ਸਾਰੇ ਪਰਿਵਾਰ ਤਲਾਕ ਲੈ ਲੈਂਦੇ ਨੇ, ਤਾਂ ਉਸ ਤੋਂ ਬਾਅਦ ਬੱਚੇ ਨੇ ਵਿਚਾਰੇ ਜਿਹੜੇ ਉਹ ਜਾਂ ਨਾਨੀਆਂ ਦਾਦੀਆਂ ਦੀਆਂ ਦਹਿਲੀਜ਼ਾਂ 'ਤੇ ਰੁਲਦੇ ਫਿਰਦੇ ਨੇ, ਜਾਂ ਇਕੱਲੀ ਮਾਂ ਪਾਲਦੀ ਆ, ਜਦ ਕਿ ਬੱਚੇ ਨੂੰ ਤਾਂ ਪਿਆਰ ਪਿਓ ਦਾ ਵੀ ਚਾਹੀਦਾ। ਜਾਂ ਕਈ ਵਾਰ ਇਹ ਵੀ ਹੁੰਦਾ ਜੇ ਬੱਚੇ 2-3 ਨੇ ਤਾਂ ਉਹਦੇ 'ਚੋਂ ਇੱਕ ਆ ਜਿਹੜਾ ਉਹ ਮਾਂ ਨੂੰ ਦੇ ਦਿੰਦੇ ਆ, ਜਾਂ ਇੱਕ ਪਿਓ ਨੂੰ ਦੇ ਦਿੰਦੇ ਆ। ਇਸ ਤਰ੍ਹਾਂ ਤੁਸੀਂ ਇੱਕ ਬਚਪਨ ਦਾ ਜਿਹੜਾ ਕਤਲ ਕਰਦੇ ਹੋ। ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਸਾਡੇ ਭੂਆ ਜੀ ਨੇ, ਬੜੇ ਚੰਗੇ ਪਰਿਵਾਰ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ, ਪਰ ਵਿਆਹ ਤੋਂ ਬਾਅਦ ਫੁੱਫੜ ਜੀ ਸੀਗੇ ਜਿਹੜੇ, ਉਹਨਾਂ ਤੋਂ ਉਹ ਪੁਲਿਸ 'ਚ ਸੀ ਅਤੇ ਉਹਨਾਂ ਤੋਂ ਇੱਕ ਕਤਲ ਹੋ ਗਿਆ, ਅਤੇ ਫੁੱਫੜ ਜੀ ਜੇਲ੍ਹ ਚਲੇ ਗਏ। ਤਾਂ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ, ਜਿਹੜੇ ਸਹੁਰਾ ਪਰਿਵਾਰ ਦਾ ਰਵੱਈਆ ਸੀ ਜਿਹੜਾ ਉਹ ਭੂਆ ਜੀ ਲਈ, ਤੁਹਾਨੂੰ ਪਤਾ ਹੈ ਕਿ ਨੂੰਹਾਂ ਲਈ ਕਿੰਨਾ ਕੁ ਚੰਗਾ ਹੁੰਦਾ। ਕਈ ਵਾਰ ਕੋਈ ਟਾਵਾਂ ਹੀ ਸਮਝਦਾਰ ਪਰਿਵਾਰ ਹੋਊਗਾ ਜਿਹੜਾ ਫਿਰ ਨੂੰਹ ਨੂੰ ਅਤੇ ਪੋਤੇ ਪੋਤੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ, ਤਾਂ ਉਹਨਾਂ ਨੇ ਵੀ ਮਤਲਬ ਉਹਨਾਂ ਨੂੰ ਨਹੀਂ ਸੰਭਾਲਿਆ, ਪਰ ਉਹਨਾਂ ਨੇ ਹਾਰ ਨਹੀਂ ਮੰਨੀ। ਉਹਨਾਂ ਨੇ ਆਪਣੇ ਪੇਕਾ ਪਰਿਵਾਰ ਨੂੰ ਕਿਹਾ ਕਿ ਮੈਂ ਆਪਣੇ 3 ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੀ ਹਾਂ, ਤੁਸੀਂ ਇਹਦੇ 'ਚ ਮੇਰੀ ਮਦਦ ਕਰੋ। ਅਤੇ ਉਹਨਾਂ ਨੇ ਸਟਿਚਿੰਗ, ਜਿਹਨੂੰ ਅਸੀਂ ਬੁਟੀਕ ਕਹਿੰਦੇ ਹਾਂ, ਉਹ ਸ਼ੁਰੂ ਕੀਤਾ, ਅਤੇ ਅੱਜ ਉਹਨਾਂ ਦੇ 3 ਬੱਚੇ ਨੇ ਜਿਹੜੇ ਸਰਕਾਰੀ ਨੌਕਰੀ 'ਤੇ ਨੇ। ਅਸੀਂ ਔਰਤਾਂ ਉੱਥੇ ਜਾ ਕੇ ਕਮਜ਼ੋਰ ਹੋ ਜਾਂਦੇ ਹਾਂ ਜਦੋਂ ਅਸੀਂ ਸਮਝ ਲੈਂਦੇ ਹਾਂ ਕਿ ਜੇ ਬੰਦਾ ਨਹੀਂ ਤਾਂ ਜ਼ਿੰਦਗੀ ਹੈ ਜਿਹੜੀ, ਜਹਾਨ ਆ ਜਿਹੜਾ ਖਤਮ ਹੋ ਗਿਆ। ਜੇ ਬੰਦਾ ਨਸ਼ੇੜੀ ਆ ਤਾਂ ਮੇਰੀ ਕਿਸਮਤ ਆ ਜਿਹੜੀ ਬਰਬਾਦ ਹੋ ਗਈ। ਜੇ ਬੰਦਾ ਮੇਰੀ ਗੱਲ ਨਹੀਂ ਸੁਣ ਰਿਹਾ ਤਾਂ ਮੇਰੀ ਜ਼ਿੰਦਗੀ ਹੈ ਜਿਹੜੀ ਉਹ ਬਰਬਾਦ ਆ। ਨਹੀਂ, ਔਰਤ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਹੌਸਲਾ ਹੈ।
ਤੁਸੀਂ ਮੈਨੂੰ ਪਤਾ ਹੈ ਕਿ ਸਾਰੇ ਇਹੀ ਕਹਿਣਗੇ ਕਿ ਸਲਾਹਾਂ ਦੇਣੀਆਂ ਬਹੁਤ ਸੌਖੀਆਂ ਨੇ। ਮੈਂ ਤੁਹਾਨੂੰ ਆਪਣੇ ਤਜਰਬਿਆਂ 'ਚੋਂ ਸਲਾਹ ਦਊਂਗੀ, ਇਹੋ ਜਿਹੀ ਕੋਈ ਸਲਾਹ ਨਹੀਂ ਦਊਂਗੀ ਜਿਹੜੀ ਮੈਨੂੰ ਲੱਗੇ ਕਿ ਮੈਨੂੰ ਬੈਠ ਕੇ ਕਹਿਣੀ ਬਹੁਤ ਸੌਖੀ ਆ, ਪਰ ਜਦੋਂ ਤੁਸੀਂ ਆਪਣੀ ਜ਼ਿੰਦਗੀ 'ਚ ਉਹਨੂੰ ਅਪਲਾਈ ਕਰੋਗੇ ਤਾਂ ਉਹ ਤੁਹਾਡੇ ਲਈ ਬਹੁਤ ਔਖੀ ਹੋ ਜੂਗੀ। ਇਹੋ ਜਿਹੀ ਮੈਂ ਕੋਈ ਵੀ ਗੱਲ ਆ ਜਿਹੜੀ ਤੁਹਾਡੇ ਨਾਲ ਨਹੀਂ ਕਰੂੰਗੀ। ਸੋ ਜਦੋਂ ਤੁਸੀਂ ਸਮਝ ਲਿਆ ਕਿ ਬੰਦਾ ਨਸ਼ੇੜੀ ਆ, ਬੰਦਾ ਨਹੀਂ ਸਮਝ ਰਿਹਾ, ਕਿਉਂਕਿ ਬਹੁਤਾਤ ਮੁੰਡਿਆਂ ਦੀ ਇਹ ਪ੍ਰੋਬਲਮ ਹੈ ਅੱਜ ਕੱਲ੍ਹ। ਤੁਸੀਂ ਆਪਣੀ ਜ਼ਿੰਦਗੀ ਨੂੰ ਕੋਸਣ ਦੀ ਬਜਾਏ, ਬਹੁਤੀਆਂ ਭੈਣਾਂ ਹੁੰਦੀਆਂ ਨੇ ਜਿਹੜੀਆਂ ਫਿਰ ਚੁੰਨੀ ਚੁੱਕੀ ਪੇਕੇ ਚਲੇ ਗਏ, ਬੱਚੇ ਵੀ ਉੱਥੇ ਰੁਲਦੇ ਫਿਰਦੇ ਰਹਿੰਦੇ ਆ ਅਤੇ ਆਪਣੀ ਜ਼ਿੰਦਗੀ ਦਾ ਵੀ ਕੋਈ ਟਿਕਾਣਾ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿੰਨਾ ਚਿਰ ਤੁਹਾਡੇ ਮਾਂ ਪਿਓ ਨੇ, ਤੁਹਾਡੇ ਪੇਕੇ ਤੁਹਾਨੂੰ ਝੱਲਦੇ ਰਹਿੰਦੇ ਨੇ, ਪਰ ਜਦੋਂ ਗੱਲ ਭਰਾ ਅਤੇ ਭਰਜਾਈਆਂ ਦੇ ਹੱਥ ਦੀ ਆ ਤਾਂ ਇਹ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਤੁਹਾਡਾ ਬੋਝ ਆ ਜਿਹੜਾ ਬਹੁਤਾ ਸਮਾਂ ਨਹੀਂ ਚੱਕਦੇ, ਕਿਉਂਕਿ ਉਹਨਾਂ ਦਾ ਆਪਣਾ ਵੀ ਇੱਕ ਜਿਹੜਾ ਪਰਿਵਾਰ ਹੁੰਦਾ ਹੈ। ਸੋ ਉੱਥੇ ਚੁੰਨੀ ਚੁੱਕ ਕੇ ਪੇਕੇ ਜਾਣ ਦੀ ਬਜਾਏ, ਕਿਸਮਤ ਨੂੰ ਕੋਸਣ ਦੀ ਬਜਾਏ, ਸਭ ਕੁਝ ਛੱਡ ਕੇ ਤੁਸੀਂ ਆਪਣੇ ਬੱਚਿਆਂ 'ਤੇ ਮਿਹਨਤ ਕਰਨੀ ਸ਼ੁਰੂ ਕਰ ਦਿਓ। ਕਿਉਂਕਿ ਜੇ ਤੁਹਾਡੀ ਜਵਾਨੀ ਹੈ ਜਿਹੜੀ ਉਹ ਖਰਾਬ ਚਲੀ ਜਾ ਰਹੀ ਆ, ਜਵਾਨੀ ਤੋਂ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡਾ ਹੁਣ ਵਾਲਾ ਜਿਹੜਾ ਵਕਤ ਆ ਜੇ ਉਹ ਚੰਗਾ ਨਹੀਂ ਨਿਕਲ ਰਿਹਾ, ਜਿਹਦੇ ਆਸਰੇ ਤੁਸੀਂ ਉਸ ਘਰ ਵਿੱਚੋਂ ਆਏ ਆ, ਉਹ ਇਨਸਾਨ ਆ ਜਿਹੜਾ ਤੁਹਾਡੇ ਮੁਤਾਬਕ ਨਹੀਂ ਨਿਕਲਿਆ, ਤਾਂ ਤੁਸੀਂ ਆਪਣਾ ਬੁਢਾਪਾ ਨਾ ਖਰਾਬ ਕਰੋ। ਤੁਹਾਡਾ ਬੁਢਾਪਾ ਜਿਹੜਾ ਤੁਹਾਡੇ ਬੱਚਿਆਂ ਨੇ ਸੰਭਾਲਣਾ, ਸਭ ਕੁਝ ਛੱਡ ਕੇ ਤੁਸੀਂ ਆਪਣੇ ਬੱਚਿਆਂ 'ਤੇ ਮਿਹਨਤ ਕਰਨੀ ਸ਼ੁਰੂ ਕਰ ਦਿਓ, ਤਾਂ ਯਕੀਨ ਮੰਨਿਓ ਕਿ ਜ਼ਿੰਦਗੀ ਆ ਜਿਹੜੀ ਆਉਣ ਵਾਲੀ ਉਹ ਬਹੁਤ ਸੁਖਾਵੀਂ ਹੋਊਗੀ। ਕਿਉਂਕਿ ਮੈਂ ਬਹੁਤ ਸਾਰੀਆਂ ਔਰਤਾਂ ਨੂੰ, ਉਹਨਾਂ ਨੂੰ ਵੇਖਿਆ ਏ ਜਿਨ੍ਹਾਂ ਨੇ ਘਰ ਵਾਲੇ ਨੂੰ ਕੋਸਣ ਦੀ ਬਜਾਏ, ਕਿਸਮਤ ਨੂੰ ਰੋਣ ਦੀ ਬਜਾਏ, ਆਪਣੀ ਇਹੋ ਜਿਹੇ ਤੌਰ ਤਰੀਕੇ ਨਾਲ ਜ਼ਿੰਦਗੀ 'ਤੇ ਮਿਹਨਤ ਕੀਤੀ ਆ, ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਪੋਲਿਸ਼ ਕੀਤਾ, ਪੜ੍ਹਾਇਆ ਲਿਖਾਇਆ ਕਿ ਸਭ ਕੁਝ ਛੱਡ ਕੇ ਉਹਨਾਂ ਨੇ ਪੂਰਾ ਧਿਆਨ ਹੀ ਆਪਣੇ ਬੱਚਿਆਂ 'ਤੇ ਦੇਤਾ। ਅਤੇ ਉਹਦੇ ਨਾਲ ਕੀ ਹੋਇਆ ਕਿ ਅੱਜ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਬੁਢਾਪੇ ਦੀ ਜ਼ਿੰਦਗੀ, ਉਹ ਬਹੁਤ ਸੌਖੀ ਹੈ। ਸੋ ਦੂਜੀ 2-3 ਗੱਲਾਂ ਹੋਰ ਜਿਹੜੀਆਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੈਂ ਜਦੋਂ ਮੈਨੂੰ ਕਿਸੇ ਕਾਲਜ 'ਚੋਂ ਸੱਦਾ ਆਉਂਦਾ ਤਾਂ ਮੈਂ ਉੱਥੇ ਅਕਸਰ ਹੀ ਉਸ ਮੰਚ 'ਤੇ ਜਾ ਕੇ ਕਰਦੀ ਹੁੰਦੀ ਹਾਂ। ਉਹ ਇਹ ਹੈ ਕਿ ਅਸੀਂ ਸ਼ਹਿਰ 'ਚ ਰਹਿੰਦੇ ਹਾਂ, ਪਟਿਆਲੇ ਸ਼ਹਿਰ 'ਚ। ਇੱਥੇ ਮੈਂ ਦੇਖਦੀ ਹਾਂ ਕਿ ਜਿਹੜੇ ਬਿਹਾਰ ਜਾਂ ਯੂਪੀ ਤੋਂ ਜਾਂ ਹੋਰ ਵੀ ਜਿਹੜੇ ਸਟੇਟਾਂ ਤੋਂ ਜਿਹੜੇ ਪਰਦੇਸੀ ਭਰਾ ਆਉਂਦੇ ਨੇ, ਤਾਂ ਉਹਨਾਂ ਨੇ ਛੋਟੀਆਂ ਛੋਟੀਆਂ ਦੁਕਾਨਾਂ 'ਚੋਂ, ਜਿਹਦੇ ਵਿੱਚ ਅਸੀਂ ਅੱਜ ਕੱਲ੍ਹ ਪੰਜਾਬੀ ਜੰਕ ਫੂਡ ਦੇ ਬਹੁਤ ਜ਼ਿਆਦਾ ਸ਼ੌਕੀਨ ਆ, ਜਾਂ ਗੋਲ ਗੱਪਿਆਂ ਦੀ ਰੇਹੜੀ 'ਚੋਂ ਕਹਿ ਲਾਂ, ਬਰਗਰਾਂ ਦੀ ਰੇਹੜੀ 'ਚੋਂ ਕਹਿ ਲਾਂ, ਜਾਂ ਫਿਰ ਇਹੀ ਜਿਹੜੀ ਤੁਸੀਂ ਆਪਾਂ ਦਹੀਂ ਚਾਟ ਭੱਲੇ ਇਹੋ ਜਿਹੀਆਂ ਚੀਜ਼ਾਂ ਖਾਂਦੇ ਹਾਂ, ਤਾਂ ਉਹਨਾਂ ਦੀ ਜਿਹੜੀਆਂ ਰੇਹੜੀਆਂ ਨੇ ਇੱਥੇ ਸਾਡੇ ਘਰ ਦੇ ਨੇੜੇ ਥਾਪਰ ਯੂਨੀਵਰਸਿਟੀ ਦੇ ਅੱਗੇ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ। ਤਾਂ ਕਹਾਣੀਆਂ ਲਿਖਣ ਕਰਕੇ ਮੈਨੂੰ ਸ਼ੌਂਕ ਹੈ ਕਿ ਮੈਂ ਹਰ ਬੰਦੇ ਨਾਲ, ਮਤਲਬ ਜੇ ਮੈਨੂੰ 2-4 ਮਿੰਟ ਮਿਲ ਜਾਣ ਤਾਂ ਮੈਨੂੰ ਹੁੰਦਾ ਕਿ ਮੈਂ ਗੱਲ ਕਰਾਂ ਅਤੇ ਮੈਂ ਪੁੱਛਾਂ ਵੀ ਤੁਹਾਡੀ ਇੱਥੇ ਜਿਹੜੀ ਜ਼ਿੰਦਗੀ ਆ ਉਹ ਕਿਵੇਂ ਲੰਘ ਰਹੀ ਆ, ਤੁਸੀਂ ਆਪਣੀ ਸਟੇਟ ਛੱਡ ਕੇ ਇੱਥੇ ਆਏ ਹੋ, ਤੁਹਾਡਾ ਕਾਰੋਬਾਰ ਕਿਵੇਂ ਦਾ। ਤਾਂ ਮੈਂ ਕਈ ਵਾਰੀ ਗੱਲਾਂ ਕਰਨ ਲੱਗ ਜਾਂਦੀ ਹਾਂ। ਤਾਂ ਤੁਸੀਂ ਯਕੀਨ ਮੰਨਿਓ ਕਿ ਉਹਨਾਂ ਵਿੱਚੋਂ ਇੱਕ ਜਿਹੜਾ ਪਰਦੇਸੀ ਆ, ਇੱਕ ਭਈਆ ਜਿਹੜਾ, ਉਹ 3-3 ਹਜ਼ਾਰ ਰੁਪਏ ਦਿਹਾੜੀ ਪਾਉਂਦਾ ਹੈ। ਤੁਹਾਨੂੰ ਮੇਰੀ ਗੱਲ 'ਤੇ ਸ਼ਾਇਦ ਯਕੀਨ ਨਾ ਹੋਵੇ, ਪਰ ਮੈਂ ਫਿਰ ਕਹੂੰਗੀ ਕਿ ਇਹ ਉਹੀ ਗੱਲਾਂ ਨੇ ਜਿਨ੍ਹਾਂ ਦਾ ਮੈਂ ਤਜਰਬਾ ਕੀਤਾ ਹੋਇਆ। ਸੋ ਸਾਡੇ ਜਿਹੜੇ ਪੰਜਾਬੀ ਮੁੰਡੇ ਨੇ ਉਹ ਇਹੀ ਸੋਚਦੇ ਨੇ ਕਿ ਅਸੀਂ ਇਹ ਛੋਟੇ ਕਾਰੋਬਾਰ ਨਹੀਂ ਕਰਨੇ, ਅਸੀਂ ਟਾਈ ਸ਼ਾਈ ਲਾ ਕੇ ਜਿਹੜੀ 10,000 ਦੀ ਨੌਕਰੀ ਕਿਤੇ ਜ਼ਰੂਰ ਕਰ ਸਕਦੇ ਹਾਂ, ਪਰ ਆਪਣੇ ਹੱਥ ਦਾ ਉਹ ਕਾਰੋਬਾਰ ਨਹੀਂ ਕਰਾਂਗੇ ਜਿਹਦੇ ਨਾਲ ਸਾਡੀ ਬੇਇੱਜ਼ਤੀ ਹੋਵੇ। ਬਾਹਰ ਪ੍ਰਦੇਸਾਂ ਦੇ ਵਿੱਚ ਜਾ ਕੇ ਵੀ ਅਸੀਂ ਇਹੀ ਕਾਰੋਬਾਰ ਕਰਦੇ ਹਾਂ। ਮੈਨੂੰ ਖੁਦ ਨੂੰ ਖਾਣਾ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਆ, ਅਤੇ ਮੈਂ ਹਮੇਸ਼ਾ ਆਪਣੇ ਘਰਦਿਆਂ ਨੂੰ ਕਹਿੰਦੀ ਹੁੰਦੀ ਹਾਂ ਕਿ ਮੈਨੂੰ ਕਦੀ ਇਹੋ ਜਿਹਾ ਮੌਕਾ ਮਿਲੇ ਵੀ ਹਾਂ ਮੈਨੂੰ ਤੁਸੀਂ ਕਹਿ ਦੇਵੋ ਕਿ ਜਾ ਤੂੰ ਜਾ ਕੇ ਇਹ ਕੰਮ ਕਰ ਲਾ, ਤਾਂ ਮੈਂ ਕਦੇ ਵੀ ਉਹਦੇ 'ਚ ਸ਼ਰਮ ਮਹਿਸੂਸ ਨਹੀਂ ਕਰੂੰਗੀ। ਸੋ ਸਾਡੇ ਪੰਜਾਬੀ ਮੁੰਡਿਆਂ ਨੂੰ ਵੀ ਚਾਹੀਦਾ ਵੀ ਅਸੀਂ ਉਹ ਸ਼ਰਮ ਲਿਹਾਜ਼ ਆ ਜਿਹੜੀ ਲਾ ਕੇ, ਜਿਹੜੇ ਸਾਡੇ ਇੰਨੇ ਕਿਸਾਨ ਭਰਾ ਖੁਦਕੁਸ਼ੀਆਂ ਕਰਦੇ ਨੇ, 5-10-15 ਕਿੱਲਿਆਂ ਵਾਲੇ ਨੂੰ ਵੀ ਅੱਜ ਕੱਲ੍ਹ ਕੋਈ ਬੱਚਤ ਨਹੀਂ ਹੋ ਰਹੀ, ਇੰਨਾ ਘਾਟਾ ਹੈ ਜਿਹੜਾ ਕਿਸਾਨੀ ਜ਼ਿੰਦਗੀ ਦੇ ਵਿੱਚ, ਕਿਸਾਨੀ ਜੀਵਨ ਦੇ ਵਿੱਚ। ਸੋ ਜਿਹੜੇ ਅੱਜ ਦੇ ਯੰਗ ਮੁੰਡੇ ਨੇ ਉਹਨਾਂ ਦੇ ਖੂਨ 'ਚ ਕਿੰਨਾ ਜੋਸ਼ ਹੈ, ਉਹ ਇਹੋ ਜਿਹੇ ਕਾਰੋਬਾਰ ਸ਼ਹਿਰਾਂ ਵਿੱਚ ਆ ਕੇ ਕਿਉਂ ਨਹੀਂ ਕਰਦੇ। ਸਬਜ਼ੀ ਮੰਡੀ 'ਚ ਮੈਂ ਸਬਜ਼ੀ ਲੈਣ ਜਾਂਦੀ ਹੁੰਦੀ ਹਾਂ, ਤਾਂ ਉੱਥੇ ਮੈਂ ਦੇਖਦੀ ਹਾਂ ਕਿ ਪਿੰਡਾਂ 'ਚੋਂ ਆ ਕੇ ਜਿਹੜੇ ਵੀਰ ਹੁਣ ਸਾਗ ਲਿਆਉਣ ਲੱਗ ਗਏ ਨੇ, ਜਾਂ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਸ਼ਹਿਰਾਂ 'ਚ ਜਿਹੜੀਆਂ ਸਾਡੀਆਂ ਔਰਤਾਂ ਨੇ ਉਹਨਾਂ ਨੂੰ ਬਣਾਉਣੀਆਂ ਹੀ ਨਹੀਂ ਆਉਂਦੀਆਂ, ਤਾਂ ਉਹਨਾਂ ਨੂੰ ਕਦੀ ਪੁੱਛ ਕੇ ਦੇਖਿਓ ਕਿ ਉਹਨਾਂ ਨੂੰ ਕਿੰਨੀ ਕਮਾਈ ਹੋ ਰਹੀ ਆ।
ਜਿਹੜੀਆਂ ਸਾਡੀਆਂ ਬੀਬੀਆਂ ਪਿੰਡਾਂ 'ਚ ਇੰਨੀਆਂ ਸਵਾਦ ਪੰਜੀਰੀ ਬਣਾਉਂਦੀਆਂ ਨੇ, ਸਾਗ ਬਣਾਉਂਦੀਆਂ ਨੇ, ਹੋਰ ਇੰਨੇ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਬਣਾਉਣੀਆਂ ਆਉਂਦੀਆਂ, ਜਿਨ੍ਹਾਂ ਦਾ ਸ਼ਹਿਰਾਂ 'ਚ ਬੈਠੀਆਂ ਔਰਤਾਂ ਨੂੰ ਬੇਸ਼ੱਕ ਨੌਲੇਜ ਜ਼ਰੂਰ ਹੋਵੇ, ਪਰ ਨੌਕਰੀ ਪੇਸ਼ਾ ਹੋਣ ਕਰਕੇ ਉਹਨਾਂ ਕੋਲ ਸਮਾਂ ਨਹੀਂ ਹੁੰਦਾ, ਤਾਂ ਉਹ ਨਹੀਂ ਬਣਾ ਸਕਦੀਆਂ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਸੀਂ ਪਿੰਡਾਂ 'ਚੋਂ ਬਣਾ ਕੇ ਭੇਜਦੇ ਹੋ ਜਦੋਂ, ਤਾਂ ਸ਼ਹਿਰਾਂ ਦੇ ਵਿੱਚ ਉਹਦੀ ਮੰਗ ਹੈ ਜਿਹੜੀ, ਕਦੀ ਆ ਕੇ ਵੇਖਿਓ ਤੁਸੀਂ ਕਿ ਉਹ ਬੱਚੇ ਜਿਹੜੇ ਇਹ ਉਪਰਾਲਾ ਹੁਣ ਕਰਨ ਲੱਗ ਗਏ ਨੇ, ਉਹਨਾਂ ਨੂੰ ਵੀ ਪੁੱਛ ਕੇ ਦੇਖਿਓ ਕਿ ਤੁਹਾਨੂੰ ਕਿੰਨੀ ਦਿਹਾੜੀ ਆ ਜਿਹੜੀ ਪੈਂਦੀ ਆ। ਸੋ ਇਸ ਲਈ ਜੇ ਤੁਸੀਂ ਚੰਗੀ ਜ਼ਿੰਦਗੀ ਚਾਹੁੰਦੇ ਹੋ, ਹਮੇਸ਼ਾ ਕੋਈ ਵੀ ਬੰਦਾ ਜਿਹੜਾ ਪਹਿਲੇ ਦਿਨ 5 ਮੰਜ਼ਲਾ ਕੋਈ ਹੋਟਲ ਨਹੀਂ ਖੜਾ ਕਰ ਲੈਂਦਾ, ਕੋਈ ਕਾਰੋਬਾਰ ਨਹੀਂ ਖੜਾ ਕਰ ਲੈਂਦਾ। ਹਰ ਇੱਕ ਦੀ ਸ਼ੁਰੂਆਤ ਆ ਜਿਹੜੀ ਉਹ ਕਿਤੇ ਨਾ ਕਿਤੇ ਨਿੱਕੇ ਪੱਧਰ ਤੋਂ ਹੁੰਦੇ ਆ। MDH ਮਸਾਲੇ ਵਾਲਿਆਂ ਦੀਆਂ ਜਿਹੜੀਆਂ ਕਹਾਣੀਆਂ ਤੁਸੀਂ ਸੁਣਦੇ ਹੀ ਰਹਿੰਦੇ ਹੋ ਕਿ ਉਹ ਟਾਂਗੇ 'ਤੇ ਮਸਾਲੇ ਵੇਚਦੇ ਹੁੰਦੇ ਸੀਗੇ। ਇਸੇ ਤਰ੍ਹਾਂ ਸਾਡੇ ਇੱਥੇ ਪਟਿਆਲੇ ਜੱਗੀ ਸਵੀਟਸ ਆ, ਕਿੱਡਾ ਵੱਡਾ ਜਿਹੜਾ ਉਹ ਤੁਸੀਂ ਦੇਖਦੇ ਹੋ ਕਿ ਉਹਨਾਂ ਦੀਆਂ ਹੁਣ 3 ਜਿਹੜੀਆਂ ਮਠਿਆਈਆਂ ਦੀਆਂ ਦੁਕਾਨਾਂ ਨੇ ਪਟਿਆਲੇ 'ਚ, ਅਤੇ ਇੰਨਾ ਕਾਰੋਬਾਰ ਆ। ਛੋਟੀ ਜਿਹੀ ਦੁਕਾਨ ਤੋਂ ਉਹਨਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਸੀ। ਉਹ ਇਹੋ ਜਿਹੀਆਂ ਚੀਜ਼ਾਂ 'ਚ ਕਦੀ ਸ਼ਰਮ ਨਾ ਮੰਨੋ। ਤੁਹਾਡੇ ਹੱਥ 'ਚ ਜਿਹੜਾ ਹੁਨਰ ਹੈ ਉਹਨੂੰ ਕਰੋ ਲਿਆ ਕੇ। ਸਗੋਂ ਸ਼ਹਿਰਾਂ ਦੇ ਜਿਹੜੇ ਲੋਕ ਨੇ ਉਹ ਤੁਹਾਡੀ ਇੱਜ਼ਤ ਕਰਦੇ ਨੇ, ਪਿਆਰ ਕਰਦੇ ਨੇ। ਸਾਡੀ ਹਮੇਸ਼ਾ ਤਰਜੀਹ ਹੁੰਦੀ ਹੈ ਕਿ ਅਸੀਂ ਆਪਣੇ ਭੈਣ ਭਰਾਵਾਂ ਤੋਂ ਸਬਜ਼ੀ ਖਰੀਦੀਏ, ਆਪਣੀ ਭੈਣ ਭਰਾ ਦਾ ਜੇ ਕੋਈ ਕਾਰੋਬਾਰ ਆ ਤਾਂ ਉਹਦੇ ਤੋਂ ਅਸੀਂ ਚੀਜ਼ ਲਈਏ। ਅਸੀਂ ਪਰਦੇਸੀਆਂ ਨੂੰ ਨਫ਼ਰਤ ਨਹੀਂ ਕਰਦੇ, ਪਰ ਸਾਡੇ ਆਪਣੇ ਮੁੰਡਿਆਂ ਨੂੰ ਵੀ ਉਹਨਾਂ ਦੇ ਪੈਰਾਂ 'ਤੇ ਖੜ੍ਹੇ ਕਰਨ ਨਾਲ ਇਹ ਵੀ ਜਿਹੜਾ ਸਾਡਾ ਫਰਜ਼ ਬਣਦਾ ਹੈ। ਕਿਉਂਕਿ ਅਸੀਂ ਦੇਖਦੇ ਹੀ ਆਏ ਹਾਂ, ਮੈਂ ਵੀ ਜੱਟਾਂ ਦੀ ਧੀ ਹਾਂ, ਮੈਨੂੰ ਵੀ ਪਤਾ ਕਿ ਮੇਰੇ ਜਿਹੜੇ ਪਾਪਾ ਸੀ ਉਹ ਖੇਤੀ ਕਰਦੇ ਸੀ, ਤਾਂ ਉਹਨਾਂ ਨੂੰ ਕਿੰਨਾ ਜਿਹੜਾ ਸਾਲ ਜਾਂ ਛਮਾਈ ਦਾ ਜਿਹੜਾ ਪੈਸਾ ਬਚਦਾ ਸੀ। ਸੋ ਹੋਰ ਜਿਹੜੇ ਕਿੱਤੇ ਨੇ ਉਹਨਾਂ ਨੂੰ ਵੀ ਕਰਨ 'ਚ ਤਰਜੀਹ ਦਿਓ। ਇਹੀ ਨਹੀਂ ਕਿ ਸਾਡਾ ਇੱਕ ਪਿਤਾ ਪੁਰਖੀ ਕਿੱਤਾ ਹੈ ਜਿਹੜਾ ਉਹ ਖੇਤੀ ਸੀ, ਅਸੀਂ ਉਹੀ ਕਰਦੇ ਰਹਿਣਾ, ਜਾਂ ਫਿਰ ਮੈਂ ਹੁਣ MA BEd ਹੋ ਗਿਆ, ਮੈਂ MBA ਕਰ ਲਈ ਆ, ਜਾਂ ਮੈਂ ਪੋਸਟ ਗ੍ਰੈਜੂਏਟ ਮੈਂ ਤਾਂ ਹਾਇਰ ਸਟੱਡੀਜ਼ ਕੰਪਲੀਟ ਕਰ ਚੁੱਕਿਆ, ਤਾਂ ਮੈਂ ਇਹੋ ਜਿਹੇ ਜਿਹੜੇ ਛੋਟੇ ਕਾਰੋਬਾਰ ਨਹੀਂ ਕਰਨੇ। ਯੂਨੀਵਰਸਿਟੀ 'ਚ ਜਾ ਕੇ ਜਾਂ ਕਾਲਜਾਂ ਦੇ ਵਿੱਚ ਜਾ ਕੇ ਕਿਸੇ ਪ੍ਰੋਫੈਸਰ ਨੂੰ ਮਿਲੋਗੇ ਤਾਂ ਉਹ ਵਿਚਾਰੇ ਐਡਹੌਕ ਬੇਸ 'ਤੇ 15-15 ਹਜ਼ਾਰ ਰੁਪਏ ਤਨਖਾਹ ਲੈਂਦੇ ਨੇ, ਅਤੇ ਉਸ ਤੋਂ ਜ਼ਿਆਦਾ ਇਹ ਜਿਹੜੇ ਪਰਦੇਸੀ ਵੀਰ ਨੇ ਇਹ ਸ਼ਹਿਰਾਂ 'ਚ 3-3 4-4 ਹਜ਼ਾਰ ਦਿਹਾੜੀ ਪਾ ਰਹੇ ਨੇ। ਸਾਡੇ ਇੱਥੇ ਭਾਸੋ ਚੁੰਗੀ ਕਾਰਨਰ 'ਤੇ ਇੱਕ ਪਰਦੇਸੀ ਵੀਰ ਨੇ, ਉਹਨਾਂ ਨੇ ਇੱਕ ਸਬਜ਼ੀ ਦੀ ਦੁਕਾਨ ਹੈ, ਉਹਨਾਂ ਦੀ ਸਬਜ਼ੀ ਦੀ ਪਹਿਲਾਂ ਰੇਹੜੀ ਸੀ, ਹੁਣ ਉਹਨਾਂ ਨੇ ਦੁਕਾਨ ਬਣਾ ਲਈ। ਤਾਂ ਸਾਡੇ ਪਿੰਡਾਂ 'ਚ ਜਿਹੜੀ 20-20 ਰੁਪਏ ਸਬਜ਼ੀ ਉੱਥੇ ਅਸੀਂ ਵੇਚਦੇ ਹਾਂ, ਮੇਰੇ ਹਿਸਾਬ ਨਾਲ ਤਾਂ ਮੰਡੀ 'ਚ ਸਾਡੇ ਕਿਸਾਨ 20 ਰੁਪਏ ਵੀ ਨਹੀਂ ਵਿਕਦੀ ਹੈਗੀ, ਤਾਂ ਉਹ ਉੱਥੇ ਮੰਡੀ 'ਚੋਂ ਸਬਜ਼ੀ ਚੁੱਕਦੇ ਨੇ, ਅਤੇ ਇੱਥੇ ਉਹੀ ਸਬਜ਼ੀ ਹੈ ਜਿਹੜੀ ਅਸੀਂ 40 ਰੁਪਏ ਖਰੀਦਦੇ ਹਾਂ। ਅਤੇ ਤੁਸੀਂ ਦੇਖੋ ਵੀ ਸਿਰਫ ਇੱਕ ਵਿਚੋਲਗੀ ਕਰਨ ਦੇ ਉਹਨਾਂ ਨੂੰ 20 ਰੁਪਏ ਨੇ ਜਿਹੜੇ ਬਚਦੇ ਨੇ ਇੱਕ ਕਿੱਲੋ ਮਗਰ। ਸੋ ਇਹੋ ਜਿਹੇ ਕਾਰੋਬਾਰਾਂ ਨੂੰ ਜਿਹੜੀ ਤੁਸੀਂ ਤਰਜੀਹ ਦਿਓ। ਆਪਾਂ ਇਹਨਾਂ 'ਚ ਸ਼ਰਮ ਨਹੀਂ ਮੰਨਣੀ। ਜਦੋਂ ਅਸੀਂ 10-10 ਹਜ਼ਾਰ ਦੇ ਰੁਪਏ 'ਤੇ ਕਿਸੇ ਦੇ ਔਡਰ 'ਚ ਰਹਿ ਕੇ ਕੰਮ ਕਰ ਸਕਦੇ ਹਾਂ, ਤਾਂ ਅਸੀਂ ਆਪਣਾ ਜਿਹੜਾ ਕੰਮ ਆ ਉਹ ਕਿਉਂ ਨਹੀਂ ਕਰ ਸਕਦੇ। ਸੋ ਇਹਨਾਂ ਗੱਲਾਂ ਵੱਲ ਧਿਆਨ ਦਿਓ। ਇੰਨੇ ਵੀ ਪੰਜਾਬ ਦੇ ਹਾਲਾਤ ਨਹੀਂ ਮਾੜੇ ਹੈਗੇ ਜਿੰਨੇ ਅਸੀਂ ਕਹਿ ਦਿੱਤੇ ਨੇ ਕਿ ਪੰਜਾਬ 'ਚ ਤਾਂ ਜੀ ਬਚਿਆ ਹੀ ਕੁਛ ਨਹੀਂ, ਪੰਜਾਬ 'ਚ ਤਾਂ ਕਰਨ ਲਈ ਕਾਰੋਬਾਰ ਨਹੀਂ ਕੁਛ ਵੀ ਹੈਗਾ। ਮੈਂ ਦੇਖਿਆ ਕਿ ਸ਼ਹਿਰ ਦੇ ਵਿੱਚ ਜਿਹੜੀ ਸਾਲ ਪਹਿਲਾਂ ਤੁਸੀਂ ਛੋਟੀ ਜਿਹੀ ਦੁਕਾਨ ਦੇਖਦੇ ਹੋ, ਸਾਲ ਬਾਅਦ ਉਹ 200-200 ਗਜ਼ ਦੀ ਦੁਕਾਨ ਬਣ ਜਾਂਦੀ ਹੈ, ਤਾਂ ਉਹ ਕਿਤੋਂ ਤਾਂ ਬਣਦੀ ਹੋਈ ਆ ਨਾ। ਸੋ ਇਹ ਕੰਮ ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਸਿਰਫ ਇਹਨਾਂ ਗੱਲਾਂ 'ਤੇ ਹੀ ਕਿਉਂ ਰਹਿ ਗਏ ਕਿ ਅਸੀਂ ਤਾਂ ਸਿਰਫ ਕੁਰਸੀ ਵਾਲੀ ਹੀ ਨੌਕਰੀ ਕਰਨੀ ਆ, ਅਸੀਂ ਤਾਂ ਸਿਰਫ ਉਹੀ ਨੌਕਰੀ ਕਰਨੀ ਆ ਜਿੱਥੇ ਅਸੀਂ ਸਵੇਰੇ ਜੀ ਤਿਆਰ ਹੋ ਕੇ ਚਲੇ ਜਾਈਏ। ਮੈਂ ਇੱਕ ਸਪੀਚ ਸੁਣ ਰਹੀ ਸੀ ਗੁਰੂ ਨਾਨਕ ਕਾਲਜ 'ਚ, ਲੁਧਿਆਣੇ ਇੰਜੀਨੀਅਰਿੰਗ ਕਾਲਜ 'ਚ। ਉੱਥੇ ਡੇਲੀ ਪੋਸਟ ਦੇ ਜਿਹੜੇ ਪੱਤਰਕਾਰ ਨੇ ਮੱਕੜ, ਉਹਨਾਂ ਨੇ ਉੱਥੇ ਸਪੀਚ ਦਿੱਤੀ ਕਿ ਲੁਧਿਆਣੇ 'ਚ ਇੱਕ ਭਟੂਰਿਆਂ ਵਾਲਾ ਜਿਹਦੀ ਕਰੋੜਾਂ ਦੀ ਪ੍ਰੋਪਰਟੀ ਆ, ਅਤੇ ਦੇਖਣ ਨੂੰ ਸਾਨੂੰ ਉਹ ਰੇਹੜੀ ਵਾਲੇ ਹੀ ਲੱਗਦੇ ਨੇ। ਸੋ ਇਹਨਾਂ ਚੀਜ਼ਾਂ 'ਤੇ ਧਿਆਨ ਦਿਓ। ਅਤੇ ਇੱਕ ਜਿਹੜਾ ਹੁਣ ਦਾ ਰੀਸੈਂਟ ਮੁੱਦਾ ਮੈਨੂੰ ਬਹੁਤ ਚੰਗਾ ਲੱਗਦਾ ਕਿ ਅਸੀਂ ਪੰਜਾਬੀ ਹਮੇਸ਼ਾ ਦੋਨਾਂ ਹੱਥਾਂ ਨਾਲ ਵੰਡਣ ਲਈ ਜਾਣੇ ਜਾਂਦੇ ਹਾਂ, ਕਿ ਜਦੋਂ ਵੀ ਕੋਈ ਆਫਤ ਆਉਂਦੀ ਹੈ ਤਾਂ ਸਾਡੇ ਘਰ 'ਚ ਚਾਹੇ ਚੁੱਲ੍ਹਾ ਨਾ ਬਲੇ, ਪਰ ਅਸੀਂ ਦੂਜਿਆਂ ਨੂੰ ਜ਼ਰੂਰ ਕਹਿੰਦੇ ਹਾਂ ਕਿ ਰੋਟੀ ਖਾ ਕੇ ਜਾਇਓ ਜਾਂ ਫਿਰ ਚਾਹ ਪੀ ਕੇ ਜਾਇਓ। ਅੱਜ ਸਾਡੇ ਪੰਜਾਬੀ ਭਰਾ ਬਹੁਤ ਲੰਗਰ ਲਾ ਰਹੇ ਨੇ, ਪਰਦੇਸੀਆਂ ਨੂੰ ਵੀ ਅਸੀਂ ਰਜਾ ਰਹੇ ਹਾਂ, ਹੈ ਨਾ। ਪਰ ਸਾਡਾ ਧਿਆਨ ਹੈ ਜਿਹੜਾ ਆਪਣੇ ਗਲੀ ਗਵਾਂਢ ਨਹੀਂ ਹੈਗਾ, ਸਾਡਾ ਧਿਆਨ ਆ ਜਿਹੜਾ ਆਪਣੇ ਜਿਹੜੇ ਸਿੱਖ ਵੀਰ ਨੇ ਉਹਨਾਂ 'ਤੇ ਨਹੀਂ ਹੈਗਾ। ਸੋ ਉਹਨਾਂ ਦੀ ਵੀ ਮਦਦ ਆ ਜਿਹੜੀ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਜ਼ਰੂਰ ਕਰੋ। ਆਫਤ ਵੇਲੇ ਹੀ ਨਹੀਂ, ਅੱਜ ਦੇ ਟਾਈਮ 'ਚ ਅਸੀਂ
ਇੰਨਾ ਕਰ ਰਹੇ ਹਾਂ ਤਾਂ ਲੋੜਵੰਦ ਤਾਂ ਜਿਹੜੇ ਇਹਨਾਂ ਆਫਤਾਂ ਤੋਂ ਅੱਗੇ ਪਿੱਛੇ ਵੀ ਹੁੰਦੇ ਨੇ। ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦੀ ਬਾਂਹ ਫੜੋ। ਕੋਈ ਬੱਚੇ ਨੇ ਜਿਹੜੇ ਫੀਸਾਂ ਨਹੀਂ ਭਰ ਸਕਦੇ ਪਰ ਪੜ੍ਹਨ 'ਚ ਕਾਬਿਲ ਨੇ, ਕਦੇ ਵੀ ਇਹੋ ਜਿਹਾ ਬੱਚਾ ਤੁਹਾਨੂੰ ਦਿਖੇ ਤਾਂ 2-4 ਭੈਣ ਭਰਾ ਰਲ ਕੇ ਉਪਰਾਲੇ ਜ਼ਰੂਰ ਕਰਿਆ ਕਰੋ। ਸੋ ਅਖੀਰ 'ਤੇ ਫਿਰ ਮੈਂ ਇਹ ਗੱਲਾਂ ਕਰਨ ਤੋਂ ਬਾਅਦ ਤੁਹਾਡੇ ਨਾਲ ਗੱਲ ਭੈਣਾਂ 'ਤੇ ਹੀ ਲੈ ਕੇ ਆਊਂਗੀ। ਉਹ ਮੈਨੂੰ ਇਸ ਲਈ ਯਾਦ ਆ ਗਈ ਕਿਉਂਕਿ ਮੈਂ 2006 ਦੇ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਕੀਤੀ ਸੀ। ਉਸ ਤੋਂ ਬਾਅਦ ਮੈਂ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ, ਮੈਂ ਉਸ ਤੋਂ ਪਹਿਲਾਂ ਥੀਏਟਰ ਵੀ ਕਰਦੀ ਸੀ। ਮੈਂ ਕਹਾਣੀ, ਸਾਰੀਆਂ ਅਚੀਵਮੈਂਟ ਸੀਗੀਆਂ ਮੇਰੀਆਂ। ਮੈਂ ਡਿਬੇਟ ਡੈਕਲਾਮੇਸ਼ਨ ਦੇ ਵਿੱਚ ਪਾਰਟ ਲੈਂਦੀ ਸੀ। ਪਰ ਜਦੋਂ ਮੇਰਾ ਵਿਆਹ ਹੋਇਆ ਤਾਂ ਉਸ ਤੋਂ ਬਾਅਦ ਮੇਰੇ ਪਰਿਵਾਰ ਨੇ ਕਿਹਾ ਕਿ ਤੁਸੀਂ ਮਤਲਬ ਵੀ ਇੰਨੀ, ਚਲੋ ਆਪਾਂ ਨੂੰ ਨੌਕਰੀ ਦੀ ਜ਼ਰੂਰਤ ਨਹੀਂ ਹੈਗੀ ਤਾਂ ਤੁਸੀਂ ਘਰੇ ਰਹਿ ਕੇ ਬੱਚੇ ਸੰਭਾਲੋ। ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਨੇ ਸਾਡੀਆਂ, ਉਹਨਾਂ ਦੀ ਜ਼ਿੰਦਗੀ ਐਵੇਂ ਦੀ ਹੁੰਦੀ ਹੈ। ਅਤੇ ਫਿਰ ਜਿਹੜਾ ਪਰ ਇੱਕ ਪੀੜ ਹੁੰਦੀ ਹੈ ਤੁਹਾਡੇ ਅੰਦਰ ਕਿ ਜਦੋਂ ਤੁਸੀਂ ਇੰਨਾ ਕੁਛ ਹਾਈ ਅਚੀਵ ਕੀਤਾ ਸੀਗਾ ਤਾਂ ਤੁਸੀਂ ਨੌਕਰੀ ਕਿਉਂ ਨਹੀਂ ਕਰ ਰਹੇ, ਜਾਂ ਫਿਰ ਤੁਸੀਂ ਕੋਈ ਇਹੋ ਜਿਹਾ ਕੰਮ ਆ ਜਿਹੜਾ ਕਿਉਂ ਨਹੀਂ ਕਰ ਰਹੇ ਵੀ ਤੁਹਾਨੂੰ ਲੱਗੇ ਕਿ ਹਾਂ ਮੇਰੀ ਜਿਹੜੀ ਇਹ ਪੜ੍ਹਾਈ ਲਿਖਾਈ ਆ ਉਹ ਮੇਰੇ ਕਿਸੇ ਕੰਮ ਆਈ ਆ। ਸੋ ਜ਼ਿੰਦਗੀ ਦੇ ਵਿੱਚ ਹੌਸਲਾ ਨਹੀਂ ਛੱਡਣਾ। ਮੈਂ 14 ਸਾਲ ਬਾਅਦ, ਮੇਰੀ ਬੇਟੀ ਹੁਣ 8ਵੀਂ ਕਲਾਸ 'ਚ ਪੜ੍ਹਦੀ ਆ ਅਤੇ ਬੇਟਾ ਜਿਹੜਾ 3rd ਕਲਾਸ ਦੇ ਵਿੱਚ ਆ, ਬੱਚੇ ਪਾਲ ਕੇ ਸੰਭਾਲ ਕੇ 14 ਸਾਲ ਬਾਅਦ ਮੈਂ ਨੌਕਰੀ ਕਰਨੀ ਸ਼ੁਰੂ ਕੀਤੀ ਆ ਹੁਣ। ਅਤੇ ਮੈਨੂੰ ਲੱਗਦਾ ਹੁੰਦਾ ਕਿ ਜੇ ਹੌਸਲਾ ਨਾ ਛੱਡੀਏ ਤਾਂ ਤੁਸੀਂ ਜ਼ਿੰਦਗੀ ਕਦੇ ਵੀ ਬਣਾ ਸਕਦੇ ਹੋ, ਹੈ ਨਾ। ਇਹ ਨਹੀਂ ਸੋਚ ਲੈਣਾ ਕਿ ਜੇ ਮੈਂ ਅੱਜ ਮੇਰੀ ਜਿਹੜੀ ਜ਼ਿੰਦਗੀ ਆ ਉਹਦੇ 'ਤੇ ਇੱਕ ਸਟੋਪ ਲੱਗ ਗਿਆ ਕਿ ਹਾਂ ਹੁਣ ਮੈਨੂੰ ਕਹਿ ਤਾ ਵੀ ਤੂੰ ਨੌਕਰੀ ਨਹੀਂ, ਚੱਲ ਨਾ ਹੀ ਕਰ, ਤਾਂ ਹੁਣ ਮੈਂ ਤਮਾਮ ਉਮਰ ਆ ਜਿਹੜਾ ਘਰੇ ਹੀ ਬੈਠਣਾ। ਹਰ ਇੱਕ ਦੇ ਅੰਦਰ ਇੱਕ ਨਾ ਇੱਕ ਕੋਈ ਕਲਾ ਹੁੰਦੀ ਹੈ। ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਤੁਹਾਡੇ ਅੰਦਰ ਤਾਂ ਖਾਣ ਪਕਾਉਣ ਦੀ ਇੰਨੀ ਸੋਹਣੀ ਕਲਾ ਹੈ ਕਿ ਜੇ ਤੁਸੀਂ ਉਹੀ ਚੀਜ਼ਾਂ ਬਣਾ ਕੇ ਜਿਹੜੀਆਂ ਸ਼ਹਿਰਾਂ 'ਚ ਭੇਜਣੀਆਂ ਸ਼ੁਰੂ ਕਰ ਦਿਓ ਤਾਂ ਸਾਡੀਆਂ ਭੈਣਾਂ ਉਹਦੇ 'ਤੇ ਹੀ ਇੰਨੀ ਕਮਾਈ ਕਰ ਸਕਦੀਆਂ ਨੇ। ਅਤੇ ਉਸ ਤੋਂ ਇਲਾਵਾ ਜੇ ਤੁਸੀਂ ਕੋਈ ਆਹੀ ਮੈਂ ਜਿਵੇਂ ਕਹਿੰਦੀ ਹਾਂ ਕਿ ਛੋਟਾ ਮੋਟਾ, ਚਲੋ ਜਿਹੜਾ ਬੰਦਾ ਪੜ੍ਹਿਆ ਲਿਖਿਆ ਉਹ ਨੌਕਰੀ ਵੀ ਕਰ ਲੈਂਦਾ, ਉਹ ਮੈਂ ਹੁਣ ਜਿਵੇਂ ਕਰ ਰਹੀ ਹਾਂ, ਤਾਂ ਤੁਸੀਂ ਕਦੀ ਇਹ ਨਹੀਂ ਸੋਚਣਾ ਕਿ ਤੁਸੀਂ ਜੇ ਹੁਣ 15 ਸਾਲ ਹੋ ਗਏ ਘਰੇ ਬੈਠਿਆਂ ਨੂੰ ਤਾਂ ਹੁਣ ਤੁਸੀਂ ਕੁਛ ਨਹੀਂ ਕਰ ਸਕਦੇ। ਤੁਸੀਂ ਕਦੇ ਵੀ, ਜੇ ਤੁਹਾਡੇ ਅੰਦਰ ਇੱਕ ਅਕਲ, ਲਿਆਕਤ ਹੈ, ਤੁਹਾਡੇ ਅੰਦਰ ਕੋਈ ਹੁਨਰ ਹੈ, ਤਾਂ ਉਹਨੂੰ ਤੁਸੀਂ ਕਦੇ ਵੀ ਵਰਤ ਸਕਦੇ ਹੋ। ਕਾਮਯਾਬੀ ਜ਼ਰੂਰੀ ਨਹੀਂ ਕਿ ਤੁਹਾਨੂੰ 30 ਜਾਂ 35 ਸਾਲ ਦੀ ਉਮਰ ਤੋਂ ਪਹਿਲਾਂ ਹੀ ਮਿਲਦੀ ਹੈ। ਕਾਮਯਾਬ ਤਾਂ ਲੋਕ 55-60 ਸਾਲ ਦੀ ਉਮਰ 'ਚ ਜਾ ਕੇ ਵੀ ਹੋ ਜਾਂਦੇ ਨੇ। ਸੋ ਬਹੁਤ ਚੰਗਾ ਲੱਗਿਆ ਮੈਨੂੰ ਗੱਲਾਂ ਬਾਤਾਂ ਕਰਕੇ। ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਵੱਧ ਤੋਂ ਵੱਧ ਭੈਣਾਂ ਦੀਆਂ ਕਹਾਣੀਆਂ ਮੈਂ ਲਿਖਾਂ। ਜਦੋਂ ਤੁਸੀਂ ਸਹੁਰੇ ਪਰਿਵਾਰਾਂ ਦੇ ਵਿੱਚ ਜਾਂਦੇ ਹੋ, ਇੱਕ ਗੱਲ ਹੈ ਜਿਹੜੀ ਗੰਢ ਮਾਰ ਕੇ ਲੈ ਕੇ ਚੱਲਿਆ ਕਰੋ ਕਿ ਇਹ ਉਹ ਜ਼ਿੰਦਗੀ ਆ, ਉਹ ਰਿਸ਼ਤੇ ਨੇ ਜਿਨ੍ਹਾਂ ਨੂੰ ਤੁਸੀਂ ਬਣਾਉਣਾ ਹੈ। ਤੁਹਾਨੂੰ ਕਦੇ ਵੀ ਸਜੇ ਸਜਾਏ ਨਹੀਂ ਮਿਲਣਗੇ। ਸੋ ਉਹਨਾਂ ਨੂੰ ਬਣਾਉਣ 'ਚ ਕਦੇ ਝਿਜਕ ਨਾ ਮੰਨੋ। ਛੋਟੀ ਛੋਟੀ ਗੱਲ 'ਚ ਕਦੀ ਆਪਣੀ ਬੇਇੱਜ਼ਤੀ ਨਹੀਂ ਸਮਝੀ ਦੀ ਹੁੰਦੀ। ਉਹ ਇੱਕ ਪਰਿਵਾਰ ਆ, ਜਿਹੜੇ ਪਰਿਵਾਰ ਦੇ ਵਿੱਚ ਤੁਸੀਂ ਸਾਰੀ ਜ਼ਿੰਦਗੀ ਨਿਭਾਉਣੀ ਆ। ਜੇ ਉਹਨੂੰ ਥੋੜ੍ਹੀ ਜਿਹੀ ਹਿੰਮਤ ਨਾਲ, ਥੋੜ੍ਹੀ ਜਿਹੀ ਦਲੇਰੀ ਨਾਲ ਅਸੀਂ ਵਧੀਆ ਕਰਨ ਦੀ ਸੋਚ ਕੇ ਨਿਭਾ ਲਾਂਗੇ ਤਾਂ ਉਹ ਜਾਂਦਾ ਹੁੰਦਾ। ਪਰ ਜੇ ਛੋਟੀਆਂ ਛੋਟੀਆਂ ਗੱਲਾਂ 'ਤੇ ਘਬਰਾ ਜਾਵਾਂਗੇ ਤਾਂ ਫਿਰ ਸਾਡੀ ਉਹ ਦਲੇਰੀ ਆ ਜਿਹੜੀ ਉਹ ਤਾਂ ਮਤਲਬ ਮਾਰੀ ਜਾਂਦੀ ਹੈ, ਹੈ ਨਾ। ਅਤੇ ਅਸੀਂ ਤਾਂ ਵੈਸੇ ਹੀ ਕਹਿੰਦੇ ਨੇ ਕਿ ਪੰਜਾਬ ਦੀਆਂ ਧੀਆਂ ਤਾਂ ਵੈਸੇ ਹੀ ਬਹੁਤ ਦਲੇਰ ਹੁੰਦੀਆਂ ਨੇ। ਸੋ ਛੋਟੀਆਂ ਛੋਟੀਆਂ ਗੱਲਾਂ ਤੋਂ ਡਰਨਾ ਨਹੀਂ। ਇਹ ਨਾ ਸੋਚਿਓ ਕਿ ਰੁਪਿੰਦਰ ਤਾਂ ਸੋਫੇ 'ਤੇ ਬੈਠ ਕੇ ਐਡਾ ਵੱਡਾ ਲੈਕਚਰ ਦੇਗੀ। ਨਹੀਂ ਹੋ ਸਕਦਾ ਮੇਰੀ ਜ਼ਿੰਦਗੀ ਦਾ ਜਿਹੜਾ ਸੰਘਰਸ਼ ਉਹ ਇੰਨਾ ਵੱਡਾ ਹੋਵੇ ਕਿ ਤੁਸੀਂ ਸੋਚੋ ਵੀ ਹਾਂ ਜੇ ਭੈਣ ਕਰ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਕਿਉਂਕਿ ਮੈਂ ਤਾਂ ਜਿੱਥੋਂ ਆਈ ਸੀਗੀ ਉੱਥੇ ਮੈਂ ਬੜੇ ਮਤਲਬ ਲਾਡ ਜਿਹੇ 'ਚ ਰਹਿਣ ਵਾਲੀ ਕੁੜੀ ਸੀਗੀ। ਮੇਰੇ ਪਿਓ, ਤਾਏ, ਚਾਚੇ ਜਿਹੜੇ ਮੇਰੇ ਅੱਗੇ ਪਿੱਛੇ ਰਹਿੰਦੇ ਹੁੰਦੇ ਸੀ, ਤਾਂ ਉਹ ਉਸ ਪਰਿਵਾਰ 'ਚੋਂ ਆ ਕੇ ਜੇ ਹਿੰਮਤ ਨਾਲ ਮੈਂ ਆਪਣਾ ਘਰ ਜਿਹੜਾ ਬਣਾ ਸਕਦੀ ਹਾਂ, ਆਪਣੇ ਘਰ ਨੂੰ ਸੰਭਾਲ ਸਕਦੀ ਹਾਂ। ਅੱਜ ਮੇਰੇ ਘਰ 'ਚ ਇਹ ਮਤਲਬ ਆਦਤ ਹੈ ਕਿ ਮੇਰੇ ਸਹੁਰਾ ਸਾਹਿਬ ਤੋਂ ਲੈ ਕੇ, ਹੈ ਨਾ, ਮੇਰੇ ਜਿਹੜੇ ਹਸਬੈਂਡ ਨੇ, ਮੇਰੀ ਸੱਸ ਨੇ, ਅਸੀਂ ਜੁਆਇੰਟ ਪਰਿਵਾਰ ਦੇ ਵਿੱਚ ਵੀ ਰਹੇ ਹਾਂ ਜਿਹਦੇ ਵਿੱਚ ਮੇਰੇ ਚਾਚਾ ਸਹੁਰਾ ਜੀ ਅਤੇ ਚਾਚੀ ਸੱਸ ਵੀ ਨੇ। ਜੇ ਮੈਂ ਉਸ ਪਰਿਵਾਰ ਦੇ ਵਿੱਚ ਰਹਿ ਕੇ ਮਤਲਬ ਜ਼ਿੰਦਗੀ ਨੂੰ ਇੰਨਾ ਬਿਹਤਰ ਬਣਾ ਸਕਦੀ ਹਾਂ ਤਾਂ ਤੁਸੀਂ ਬਹੁਤ ਸੋਹਣੀ ਬਣਾ ਸਕਦੀ ਹੋ। ਤੁਸੀਂ ਪੰਜਾਬ ਦੀਆਂ ਬੀਬੀਆਂ ਧੀਆਂ ਹੋ ਤਾਂ ਅਸੀਂ ਕਦੀ ਘਬਰਾਉਣਾ ਨਹੀਂ। ਅਸੀਂ ਬਸ ਇਹ ਸਮਝਣਾ ਕਿ ਬਈ ਇਹ ਤਾਂ ਗੱਲ ਹੀ ਕੋਈ ਨਹੀਂ, ਇਹ ਤਾਂ ਚੀਜ਼ਾਂ ਹੀ ਬਹੁਤ ਛੋਟੀਆਂ ਨੇ। ਅਸੀਂ ਤਾਂ
ਉਹਨਾਂ ਹਾਲਾਤਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹਾਲਾਤਾਂ ਦੇ ਵਿੱਚ ਆ ਜਿਨ੍ਹਾਂ ਦੇ ਵਿੱਚ ਸਾਡੀਆਂ ਮਾਵਾਂ ਨੇ, ਸਾਡੀਆਂ ਤਾਈਆਂ ਨੇ, ਸਾਡੀਆਂ ਚਾਚੀਆਂ ਨੇ ਜ਼ਿੰਦਗੀ ਕੱਢੀ ਆ। ਉਹ ਤਾਂ ਉਹ ਸਮਾਂ ਸੀ ਜਦੋਂ ਜੇ ਔਲਾਦ ਨਹੀਂ ਸੀ ਹੁੰਦੀ ਤਾਂ ਬੰਦੇ ਦੂਜੇ ਵਿਆਹ ਕਰਾ ਲੈਂਦੇ ਸੀ, ਹੈ ਨਾ। ਔਰਤ ਦੀ ਕੋਈ ਹੈਸੀਅਤ ਹੀ ਨਹੀਂ ਸੀ ਸਮਝੀ ਜਾਂਦੀ। ਉਹ ਸਮਾਂ ਸੀ ਜਦੋਂ ਚਾਹੇ ਜਿਹੜੀ ਘਰ ਵਾਲੀ ਉਹ ਇੰਨੀ ਅਕਲ ਲਿਆਕਤ ਵਾਲੀ ਹੁੰਦੀ ਸੀ, ਪੜ੍ਹੀ ਲਿਖੀ ਵੀ ਹੁੰਦੀ ਸੀ, ਪਰ ਉਹਨੂੰ ਘਰ 'ਚ ਬੋਲਣ ਤੱਕ ਦਾ ਵੀ ਜਿਹੜਾ ਹੁਕਮ ਨਹੀਂ ਸੀ ਹੁੰਦਾ। ਸੋ ਅਸੀਂ ਤਾਂ ਉਹਨਾਂ ਨਾਲੋਂ ਬਹੁਤ ਬਿਹਤਰ ਹਾਂ। ਤਾਂ ਅਸੀਂ ਛੋਟੀ ਛੋਟੀ ਚੀਜ਼ 'ਤੇ ਜਿਹੜੀ ਗੱਲ ਆ ਆਪਣੇ ਈਗੋ 'ਤੇ ਲੈ ਕੇ ਇਸ ਤਰੀਕੇ ਨਾਲ ਜ਼ਿੰਦਗੀ ਨਹੀਂ ਬਰਬਾਦ ਕਰਨੀ। ਇਹ ਨਹੀਂ ਵੀ ਜੇ ਫਲਾਣਾ ਤਲਾਕ ਲੈ ਰਿਹਾ ਤਾਂ ਲੈ ਮੈਨੂੰ ਕੀ ਗੱਲ ਹੈ ਨਾ, ਜੇ ਫਲਾਣਾ ਨਹੀਂ ਸਹਿ ਰਿਹਾ ਤਾਂ ਮੈਂ ਕਿਉਂ ਸਮਾਂ। ਹਰ ਇੱਕ ਦੀ ਜ਼ਿੰਦਗੀ ਹੈ ਜਿਹੜੀ ਅਲੱਗ ਅਲੱਗ ਹੁੰਦੀ ਹੈ। ਜ਼ਿੰਦਗੀ ਹਰ ਇੱਕ ਨੂੰ ਅਲੱਗ ਅਲੱਗ ਪੇਪਰ ਪਾਉਂਦੀ ਹੈ। ਕਈ ਵਾਰੀ ਬਹੁਤੇ ਜਿਹੜੇ ਕਪਲ ਨੇ, ਬਹੁਤੇ ਜਿਹੜੇ ਜੋੜੇ ਨੇ, ਉਹ ਆਪਣਾ ਘਰ ਇਸ ਲਈ ਬਰਬਾਦ ਕਰ ਲੈਂਦੇ ਨੇ ਵੀ ਲੈ ਮਤਲਬ ਫਲਾਣਾ ਪਤੀ ਪਤਨੀ ਤਾਂ ਜਿਹੜੇ ਉਹ ਇੰਨਾ ਵਧੀਆ ਰਹਿੰਦੇ ਨੇ, ਉਹ ਤਾਂ ਔਰਤਾਂ ਨੂੰ ਜ਼ਿਆਦਾਤਰ ਸ਼ਿਕਾਇਤ ਹੋ ਜਾਂਦੀ ਹੈ ਕਿ ਲੈ ਫੋਟੋਆਂ ਪਾਉਂਦੇ ਨੇ, ਮੈਚਿੰਗ ਪੱਗਾਂ ਬੰਨ੍ਹਦੇ ਨੇ, ਉਹਨਾਂ ਦੀ ਜ਼ਿੰਦਗੀ ਪਤਾ ਨਹੀਂ ਕਿੰਨੀ ਕੁ ਸੋਹਣੀ ਗੁਜ਼ਰ ਰਹੀ ਆ ਆਪਸ ਵਿੱਚ। ਜਦ ਕਿ ਮੇਰੇ ਖੁਦ ਦੇ ਤਜਰਬੇ ਨੇ ਕਿ ਉਹਨਾਂ ਲੋਕਾਂ ਨੂੰ ਹੀ ਮੈਂ ਇੱਕ ਦੂਜੇ ਦੇ ਜਿਹੜੇ ਵਾਲ ਪੁੱਟਦੇ ਦੇਖਿਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਕਿ 10 ਮਿੰਟਾਂ ਬਾਅਦ ਉਹਨਾਂ ਦੇ ਜੁੰਡੇ ਇੱਕ ਦੂਜੇ ਦੇ ਹੱਥਾਂ 'ਚ ਹੁੰਦੇ ਨੇ। ਸੋ ਇਹੋ ਜਿਹੇ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਪਣੇ ਘਰ ਨੇ ਜਿਹੜੇ ਕਦੀ ਨਹੀਂ ਬਰਬਾਦ ਕਰਨੇ। ਔਰਤ ਦਾ ਇੱਕ ਗਹਿਣਾ ਹੁੰਦਾ ਸੰਜਮ ਅਤੇ ਸਿਦਕ। ਸੰਜਮ ਨਾਲ ਉਹ ਘਰ ਜੋੜਦੀ ਆ, ਸਿਦਕ ਨਾਲ ਉਹ ਰਿਸ਼ਤੇ ਬਣਾਉਂਦੀ ਆ। ਸੋ ਉਹਨਾਂ ਨੂੰ ਅਸੀਂ ਨਹੀਂ ਛੱਡਣਾ ਕਦੇ ਵੀ। ਅਤੇ ਮਰਦ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਘਰ 'ਚ ਚੰਗਾ ਕਮਾ ਕੇ ਲਿਆ ਕੇ ਦੇਵੇ ਅਤੇ ਆਪਣੇ ਪਰਿਵਾਰ ਨੂੰ ਹੈ ਜਿਹੜਾ ਹੋਰ ਚੀਜ਼ਾਂ ਤੋਂ ਸੁਰੱਖਿਅਤ ਰੱਖੇ। ਤੋ ਮਰਦ ਨੇ ਇਹ ਚੀਜ਼ਾਂ ਨਹੀਂ ਛੱਡਣੀਆਂ ਅਤੇ ਔਰਤ ਨੇ ਜਿਹੜਾ ਆਪਣਾ ਰਸੂਖ ਹੈ, ਆਪਣੀਆਂ ਆਦਤਾਂ ਜਿਹੜੀਆਂ ਉਹ ਨਹੀਂ ਛੱਡਣੀਆਂ। ਸੋਹਣਾ ਪੜ੍ਹੋ ਲਿਖੋ, ਯੂਨੀਵਰਸਿਟੀਆਂ ਤੱਕ ਜਾਓ, ਕਾਲਜਾਂ 'ਚ ਪੜ੍ਹੋ, ਨੌਕਰੀਆਂ ਕਰੋ, ਪਰ ਉਸ ਦੇ ਨਾਲ ਨਾਲ ਇੱਕ ਜਿਹੜਾ ਔਰਤ ਦਾ ਅਸਲ ਸਰੂਪ ਹੈ ਕਿ ਪਰਿਵਾਰ ਬੰਨ੍ਹਣਾ। ਅਤੇ ਜਿਹੜੀ ਕਹਿੰਦੇ ਹੁੰਦੇ ਆ ਕਿ ਰਸੋਈ ਦੇ ਵਿੱਚ ਔਰਤ ਦੇ ਹੱਥ ਦੀ ਰੋਟੀ ਜਦੋਂ ਪੱਕਦੀ ਆ ਉਹਦੀ ਮਹਿਕ ਹੀ ਵੱਖਰੀ ਹੁੰਦੀ ਆ, ਉਹ ਨੌਕਰਾਂ ਦੇ ਹੱਥਾਂ 'ਚ ਨਹੀਂ ਹੁੰਦੀ। ਆਪਣੀ ਔਲਾਦ ਨੂੰ ਸੋਹਣੇ ਗੁਣ ਸਿਖਾਓ, ਆਪ ਪਾਲੋ। ਮੇਰੇ ਬੱਚੇ ਬਹੁਤ ਛੋਟੇ ਨੇ ਪਰ ਰਸੋਈ ਦਾ ਸਾਰਾ ਕੰਮ ਕਰ ਲੈਂਦੇ ਨੇ। ਬੇਟਾ 8 ਸਾਲ ਦਾ ਹੈ, ਉਹਨੂੰ ਮੈਂ ਰੋਟੀ ਬਣਾਉਣੀ ਵੀ ਸਿਖਾਈ ਆ, ਉਹ ਸਲਾਦ ਵੀ ਕੱਟਦਾ। ਜਿਹੜੇ ਲੋਕ ਸਾਡੇ ਘਰ 'ਚ ਆਉਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਜਦੋਂ ਡਾਈਨਿੰਗ 'ਤੇ ਭਾਂਡੇ ਵੀ ਲਾਉਂਦਾ, ਉਸ ਤੋਂ ਬਾਅਦ ਜਦੋਂ ਖਾਣਾ ਖਾ ਲੈਂਦੇ ਨੇ ਤਾਂ ਚੁੱਕਦਾ ਵੀ ਹੈ। ਇਸੇ ਤਰ੍ਹਾਂ ਬੇਟੀ ਨੂੰ ਮੈਂ ਕਿਚਨ ਦੇ ਬਹੁਤ ਸਾਰੇ ਕੰਮ ਸਿਖਾਤੇ ਨੇ ਕਿਉਂਕਿ ਸਾਡਾ ਅਸਲ ਸਰੂਪ ਇਹੀ ਆ। ਉਸ ਤੋਂ ਬਾਅਦ ਜਿਹੜੀ ਪੜ੍ਹਾਈ ਲਿਖਾਈ ਆ ਉਹ ਸਾਡੀ ਇੱਕ ਐਡੀਸ਼ਨਲ ਕੁਆਲਿਟੀ ਦੇ ਤੌਰ 'ਤੇ ਸਾਡੇ ਨਾਲ ਜੁੜਦੀ ਆ। ਜੇ ਅਸੀਂ ਕਹੀਏ ਕਿ ਸਾਡੀ ਬੇਸਿਕ ਕੁਆਲਿਟੀ ਆ ਜਿਹੜੀ ਉਹੀ ਸਿਰਫ ਪੜ੍ਹ ਲਿਖ ਜਾਣਾ ਹੈ ਅਤੇ ਚੰਗੇ ਅਹੁਦਿਆਂ 'ਤੇ ਕੰਮ ਕਰਨਾ, ਕਾਮਯਾਬ ਹੋ ਜਾਣਾ, ਇਹ ਸਾਡੀ ਬੇਸਿਕ ਕੁਆਲਿਟੀ ਨਹੀਂ ਹੈਗੀ। ਬੇਸਿਕ ਅਸੀਂ ਉਹੀ ਹੈ ਕਿ ਸਾਡੇ ਅੰਦਰ ਸੱਭਿਆਚਾਰ ਕਿਹੋ ਜਿਹਾ, ਸਾਡਾ ਕਲਚਰ ਕਿਹੋ ਜਿਹਾ ਅਸੀਂ ਸੰਭਾਲ ਕੇ ਰੱਖਿਆ ਹੋਇਆ, ਸਾਨੂੰ ਕਿੰਨੇ ਕੁ ਤਰੀਕੇ ਦੇ ਹੁਨਰ ਆ ਜਿਹੜੇ ਉਹ ਆਉਂਦੇ ਨੇ, ਹੈ ਨਾ। ਸੋ ਇਹ ਚੀਜ਼ਾਂ ਕਦੇ ਵੀ ਨਾ ਭੁੱਲਿਓ। ਅਤੇ ਦੂਜੇ ਜਿਹੜੇ ਵੀਰ ਨੇ ਅੱਜ ਕੱਲ੍ਹ ਉਹ ਵਹੁਟੀ ਤਾਂ ਨੌਕਰੀ ਵਾਲੀ ਭਾਲਦੇ ਨੇ, ਪਰ ਨਾਲ ਦੀ ਨਾਲ ਇਹ ਵੀ ਭਾਲੀ ਜਾਂਦੇ ਹੁੰਦੇ ਆ ਵੀ ਜਿਵੇਂ 20 ਸਾਲ ਪਹਿਲਾਂ ਡੈਡੀ ਜਦੋਂ ਖੇਤੋਂ ਆਉਂਦੇ ਸੀਗੇ ਤਾਂ ਮੰਮੀ ਉਹਨਾਂ ਨੂੰ ਚਾਹ ਪਾਣੀ ਲਿਆ ਕੇ ਫੜਾਉਂਦੇ ਸੀ। ਫਿਰ ਮਤਲਬ ਖੇਤ 'ਤੇ ਆਉਣ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਸੀ ਲਿਆਓ ਜੀ ਸਿਰ ਦਾ ਪਰਨਾ ਲਾ ਦਿਓ, ਪੱਗ ਲਾ ਦਿਓ, ਮੈਂ ਰੱਖ ਕੇ ਆਵਾਂ, ਹੈ ਨਾ। ਬੇਸ਼ੱਕ ਉਹ ਕਲਚਰ ਬਹੁਤ ਸੋਹਣਾ ਸੀਗਾ, ਉਹ ਇੱਕ ਦੂਜੇ ਲਈ ਪਿਆਰ, ਸਤਿਕਾਰ ਅਤੇ ਫਿਕਰ ਹੁੰਦੀ ਸੀ। ਪਰ ਅੱਜ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਨੌਕਰੀ ਪੇਸ਼ਾ ਨੇ, ਉਹ ਬਾਹਰੋਂ ਵੀ ਤੁਹਾਡੇ ਬਰਾਬਰ ਕੰਮ ਕਰਕੇ ਆਉਂਦੀਆਂ ਨੇ ਅਤੇ ਘਰ ਆ ਕੇ ਵੀ ਜੇ ਉਹਨਾਂ ਨੂੰ 4 ਪਲ ਜਿਹੜੇ ਸਕੂਨ ਦੇ ਨਾ ਮਿਲਣ ਤਾਂ ਉਹ ਬਹੁਤ ਔਖਾ ਸਮਾਂ ਹੋ ਜਾਂਦਾ। ਸੋ ਜਦੋਂ ਤੁਸੀਂ ਦੋਵੇਂ ਜੀ ਬਰਾਬਰ ਬਾਹਰੋਂ ਕੰਮ ਕਰਕੇ ਆਉਂਦੇ ਆ ਤਾਂ ਭੈਣ ਆ ਕੇ ਰਸੋਈ ਦਾ ਕੰਮ ਕਰਦੀ ਆ ਤਾਂ ਤੁਸੀਂ ਵੀ ਆ ਕੇ ਬੱਚਿਆਂ ਨੂੰ ਪੜ੍ਹਾ ਸਕਦੇ ਹੋ, ਉਹਨਾਂ ਨੂੰ ਚੇਂਜ ਆ ਜਿਹੜਾ ਕਰਵਾ ਸਕਦੇ ਹੋ। ਸੋ ਇਹਨਾਂ ਚੀਜ਼ਾਂ ਨੂੰ ਨਾ ਭੁੱਲੋ। ਦੋਵੇਂ ਜੀ ਰਲ ਕੇ ਮੋਢੇ ਦੇ ਨਾਲ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮੋਢਾ ਜੋੜ ਕੇ ਆਪਾਂ ਨੇ ਕੰਮ ਕਰਨਾ ਅਤੇ ਜ਼ਿੰਦਗੀ ਨੂੰ ਬਹੁਤ ਵਧੀਆ ਬਣਾਉਣਾ। ਅਸੀਂ ਪਦਾਰਥਵਾਦੀ ਨਹੀਂ ਹੋਣਾ, ਘੱਟ ਹੈ ਤਾਂ ਘੱਟ 'ਚ ਵੀ ਗੁਜ਼ਾਰਾ ਕਰਨਾ, ਜੇ ਚੰਗਾ ਹੈ ਤਾਂ ਚੰਗੇ 'ਚ ਵੀ ਅਸੀਂ ਨੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਜ਼ਿੰਦਗੀ ਜਿਉਣੀ ਆ। ਸੋ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ। ਮੈਨੂੰ ਤਾਂ ਨਹੀਂ ਪਤਾ ਕਿ ਤੁਹਾਨੂੰ ਮੇਰੇ ਜਿਹੜੇ ਵਿਚਾਰ ਕਿਸ ਤਰੀਕੇ ਦੇ ਲੱਗੇ ਨੇ, ਪਰ ਮੈਨੂੰ ਬਹੁਤ ਖੂਬਸੂਰਤ ਲੱਗਦਾ ਹੁੰਦਾ ਕਿ ਜਦੋਂ ਵੀ ਮੈਨੂੰ ਕਿਸੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ। ਬਜ਼ੁਰਗਾਂ ਦਾ ਸਤਿਕਾਰ ਕਰੋ, ਛੋਟਿਆਂ ਨੂੰ ਹਮੇਸ਼ਾ ਪਿਆਰ ਨਾਲ ਪਾਲੋ ਕਿਉਂਕਿ ਇੱਕ ਦਿਨ ਤੁਹਾਡੇ ਬੁਢਾਪੇ ਦੇ ਵਿੱਚ ਉਹਨਾਂ ਨੇ ਤੁਹਾਡੇ ਕੰਮ ਆਉਣਾ। ਅਤੇ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਕਹਿੰਦੇ ਹੁੰਦੇ ਨੇ ਕਿ ਘਰ ਦੀ ਰਾਖੀ ਹੁੰਦੇ ਨੇ।
ਸੋ ਉਹਨਾਂ ਦਾ ਵੀ ਜਿਹੜਾ ਤੁਹਾਡੇ ਸਿਰ 'ਤੇ ਬਹੁਤ ਸਮਾਂ ਰਹਿਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਉਹਨਾਂ ਦੇ ਤਜਰਬਿਆਂ 'ਤੇ ਰਹਿ ਕੇ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਉਹ ਸੋਹਣੀ ਕਰ ਲੈਂਦੇ ਹੋ। ਧੰਨਵਾਦ। ਕਦੀ ਫਿਰ ਮੌਕਾ ਮਿਲਿਆ ਤਾਂ ਆਪਾਂ ਸੋ ਮੈਨੂੰ ਬਹੁਤ ਚੰਗਾ ਲੱਗਿਆ। ਇੱਕ ਵਾਰੀ ਸਾਰਿਆਂ ਨੇ ਆਪਣੇ ਆਪਣੇ ਘਰ ਦਿਖਾਏ ਸੀ, ਤਾਂ ਮੈਂ ਵੀ ਤੁਹਾਨੂੰ ਥੋੜ੍ਹਾ ਜਿਹਾ ਮਤਲਬ ਆਪਣਾ ਘਰ ਦਿਖਾ ਦਿੰਦੀ ਹਾਂ। ਅਤੇ ਸਤਿ ਸ਼੍ਰੀ ਅਕਾਲ ਕਬੂਲ ਕਰਿਓ। ਜੇ ਕੁਛ ਉੱਚਾ ਨੀਵਾਂ ਜਾਂ ਚੰਗਾ ਮਾੜਾ ਬੋਲਿਆ ਗਿਆ ਹੋਵੇ ਤਾਂ ਉਹ ਵੀ ਛੋਟੀ ਭੈਣ ਸਮਝ ਕੇ ਹੀ ਮਾफ़ ਕਰ ਦਿਓ, ਕਿਉਂਕਿ ਮੈਂ ਆਪ ਹਲੇ ਮੇਰੇ ਉਮਰ ਦਾ ਬਹੁਤ ਤਜਰਬਾ ਨਹੀਂ ਹੈ, ਪਰ ਮੈਨੂੰ ਪਤਾ ਕਿ ਤੁਸੀਂ ਪਿਆਰ ਨਾਲ ਕਬੂਲੋਗੇ। ਸਤਿ ਸ਼੍ਰੀ ਅਕਾਲ। ਇਹ ਮੇਰਾ ਘਰ ਹੈ। ਸੋ ਅਸੀਂ ਮਤਲਬ ਇੱਥੇ 4 ਜਾਣੇ ਹੀ ਰਹਿੰਦੇ ਹਾਂ। ਮੇਰੇ ਬੱਚੇ ਨੇ ਅਤੇ ਸੰਧੂ ਸਾਹਿਬ ਨੇ, ਸਾਡੇ ਮੰਮੀ ਡੈਡੀ ਜਿਹੜੇ ਪਿੰਡ ਰਹਿੰਦੇ ਨੇ। ਅਤੇ ਕਦੀ ਮੇਰੀ ਵੈਸੇ ਸਾਰੇ ਆਉਣ ਜਾਣ ਵਾਲੇ ਕਹਿੰਦੇ ਹੁੰਦੇ ਆ ਕਿ ਰੁਪਿੰਦਰ ਦੀ ਪ੍ਰਾਹੁਣਾਚਾਰੀ ਹੈ ਜਿਹੜੀ ਬਹੁਤ ਵਧੀਆ ਏ। ਸੋ ਰੱਬ ਕਰੇ ਕਿ ਜਿਹਨੂੰ ਵੀ ਕਦੀ ਮੌਕਾ ਮਿਲੇ ਅਤੇ ਮੈਨੂੰ ਬੜੀ ਖੁਸ਼ੀ ਹੋਏਗੀ, ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਕਰਮਾਂ ਵਾਲਿਆਂ ਨੂੰ ਕੰਮ ਮਿਲਦਾ ਕਰਨ ਨੂੰ, ਹੈ ਨਾ। ਕਰਮਾਂ ਵਾਲੀਆਂ ਔਰਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਿਸੇ ਨੂੰ ਬਣਾ ਕੇ ਖਵਾਉਣ ਦਾ ਜਿਹੜਾ ਮੌਕਾ ਮਿਲਦਾ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਫਿਰ ਮਿਲਾਂਗੇ।